किताब विपरन की रीत तो सच दा मार्ग भाग पंजीवां चौथे कांड दा चौथा भाग रामायण कथा प्रति गंभीर शंकियां दा वेरवा। लेखक गुरबख्श सिंह काला अफगाना। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। नंबर 1। गाथा ਦੇ ਆਰੰਭ ਵਿੱਚ ਧਰਤੀ ਮਾਤਾ ਆਪਣੇ ਨਾਲ ਦੇਵਤਿਆਂ ਨੂੰ ਸਿਫਾਰਸ਼ੀ ਲੈ ਕੇ ਖੀਰ ਸਮੁੰਦਰ ਵਿੱਚ ਸੁੱਤੇ ਵਿਸ਼ਨੂੰ ਰੱਬ ਜੀ ਕੋਲ ਜਾ ਕੇ ਰਾਵਣ ਵਿਰੁੱਧ ਸਹਾਇਤਾ ਦੀ ਦੁਹਾਈ ਦਿੰਦੀ ਦਰਸਾਈ ਗਈ ਹੈ। ਵਿਸ਼ਨੂੰ ਜੀ ਦਸ਼ਰਥ ਦੇ ਘਰ ਜਨਮ ਲੈ ਕੇ ਪਾਪਾਂ ਦਾ ਨਾਸ਼ ਕਰਨ ਦਾ ਬਚਨ ਕਰਦੇ ਹਨ। ਉੱਥੇ ਹੀ ਆਏ ਬ੍ਰਹਮਾ ਜੀ ਦੇਵਰਾਜ ਇੰਦਰ ਨੂੰ ਹਦਾਇਤ ਕਰਦੇ ਹਨ ਕਿ ਕਿਉਂਕਿ ਭਗਵਾਨ ਜੀ ਨੇ ਧਰਤੀ ਤੇ ਜਾਣ ਦਾ ਫੈਸਲਾ ਕਰ ਲਿਆ ਹੈ, ਇਸ ਲਈ ਦੇਵਤਿਆਂ ਨੂੰ ਕਿਹਾ ਜਾਵੇ ਕਿ ਉਹ ਵੀ ਧਰਤੀ ਤੇ ਜਨਮ ਲੈ ਕੇ ਪ੍ਰਭੂ ਦੀ ਸਹਾਇਤਾ ਲਈ ਤਿਆਰ ਰਹਿਣ। ਅਰਥਾਤ ਪ੍ਰਭੂ ਵਿਚਾਰਾ ਇਕੱਲਾ ਕਿਹੜੇ ਕੰਮ। ਗੁਰੂ ਨਾਨਕ ਜੀ ਦਾ ਅਕਾਲ ਪੁਰਖ ਤਾਂ ਉਹ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਆਪ ਵਿੱਚ ਨੱਥਿਆ ਹੋਇਆ ਹੈ। ਆਪ ਨਾਥ ਨਾਥੀ ਸਭ ਜਾਗੀ। ਜਪਜੀ ਸਾਹਿਬ ਪੰਨਾ 6। ਗੁਰੂ ਨਾਨਕ ਜੀ ਦਾ ਰੱਬ ਤਾਂ ਸਭ ਕੁਝ ਆਪ ਹੀ ਆਪ ਹੈ। ਆਪੇ ਸੱਚਾ ਏਕੋ ਸੋਈ ਤਿਸ ਬਿਨ ਦੂਜਾ ਅਵਰ ਨ ਕੋਈ। ਪੰਨਾ 1050। ਖੀਰ ਸਮੁੰਦਰ ਵਾਲੇ ਵਿਸ਼ਨੂੰ ਰੱਬ ਨੇ ਬ੍ਰਾਹਮਣ ਦੀ ਗਾਥਾ ਦਾ ਨਾਇਕ ਬਣਨਾ ਸੀ, ਸੋ ਨਾਇਕ ਨੂੰ ਲਖਾਰੀ ਦੀ ਮਰਜ਼ੀ ਦਾ ਹੋਣ ਦੀ ਲੋੜ ਹੁੰਦੀ ਹੈ। ਭਾਵੇਂ ਵਿਸ਼ਨੂੰ ਰੱਬ ਜੀ ਨੇ ਦਸ਼ਰਥ ਦੇ ਘਰ ਜਨਮ ਲੈਣ ਦਾ ਬਚਨ ਦੇ ਦਿੱਤਾ, ਫੇਰ ਵੀ ਵਸ਼ਿਸ਼ਟ ਰਿਸ਼ੀ ਦਸ਼ਰਥ ਨੂੰ ਬ੍ਰਾਹਮਣ ਰਿਖੀਆਂ ਕੋਲ ਨੰਗੇ ਪੈਰੀਂ ਜਾ ਕੇ ਪੁੱਤਰ ਵਾਸਤੇ ਫਰਿਆਦਾਂ ਕਰਨ ਲਈ ਭੇਜਦਾ ਦਰਸਾਇਆ ਹੈ। ਅਤੇ ਸੁਰੇਂਗ ਨਾਮੀ ਬ੍ਰਾਹਮਣ ਰਿਸ਼ੀ ਦੇ ਕਹਿਣ ਤੇ ਰਾਜਾ ਦਸ਼ਰਥ ਹਜ਼ਾਰਾਂ ਬ੍ਰਾਹਮਣਾਂ ਨੂੰ ਬੁਲਾ ਕੇ ਪੁੱਤਰੇਸ਼ਟੀ ਜੱਗ ਕਰਵਾਉਂਦਾ ਹੈ। ਜੱਗ ਦੇ ਹਵਨ ਕੁੰਡ ਵਿੱਚੋਂ ਅਗਨ ਦੇਵਤਾ ਖੀਰ ਦਾ ਪਿਆਲਾ ਫੜੀ ਨਿਕਲਦਾ ਹੈ। ਪਿਆਲਾ ਰਾਜੇ ਦਸ਼ਰਥ ਨੂੰ ਫੜਾ ਕੇ ਕਹਿੰਦਾ ਹੈ ਕਿ ਖੀਰ ਖਾ ਲੈਣ ਨਾਲ ਰਾਣੀਆਂ ਗਰਭਵਤੀ ਹੋ ਜਾਣਗੀਆਂ। ਖੀਰ ਖਾਂਦਿਆਂ ਸਾਰ ਹੀ ਤਿੰਨੇ ਰਾਣੀਆਂ ਇੱਕੋ ਸਮੇਂ ਗਰਭਵਤੀ ਹੋ ਗਈਆਂ। ਸੁਮਿਤਰਾ ਰਾਣੀ ਨੇ 2 ਗਰਾਈਆਂ ਖੀਰ ਖਾ ਲਈ ਸੀ। ਇਸ ਕਾਰਨ ਉਸ ਨੂੰ 2 ਕਾਕੇ ਲਛਮਣ ਅਤੇ ਸ਼ਤਰੂਘਨ ਜਨਮੇ ਅਤੇ ਦੂਜੀਆਂ ਨੂੰ ਰਾਮ ਅਤੇ ਭਰਤ ਇੱਕ ਬ੍ਰਾਹਮਣੀ ਖੀਰ ਦੀ ਕਰਾਮਾਤ ਨਾਲ ਇੱਕ ਵਿਸ਼ਨੂੰ ਦੇ ਇਕੱਲੇ ਪੈਦਾ ਹੋਣ ਵਾਲੇ ਬਚਨ ਵਿੱਚ ਵੀ ਦਰੁਸਤੀ ਹੋ ਗਈ, ਨਹੀਂ ਤਾਂ ਬਾਕੀ ਭਰਾਵਾਂ ਦੀ ਭੂਮਿਕਾ ਕਿਸ ਨੇ ਨਿਭਾਉਣੀ ਸੀ। ਤੁਲਸੀ ਰਾਮਾਇਣ ਵਿੱਚ ਲਿਖਿਆ ਹੈ ਕਿ ਦੇਵਤਿਆਂ ਦੀ ਸਲਾਹ ਕਾਰਨ ਵਿਸ਼ਨੂੰ ਨੇ ਹੀ ਆਪਣੇ 4 ਹਿੱਸੇ ਕਰ ਲਏ ਸਨ। ਪਤੀ ਦੇ ਸੰਜੋਗ ਤੋਂ ਬਿਨਾਂ ਹੀ ਰਾਣੀਆਂ ਦਾ ਇੱਕੋ ਸਮੇਂ ਗਰਭਵਤੀ ਹੋ ਕੇ ਇੱਕੋ ਸਮੇਂ ਹੀ ਖੀਰ ਦੀਆਂ ਬੁਰਕੀਆਂ ਦੇ ਹਿਸਾਬ ਨਾਲ 4 ਭਗਵਾਨਾਂ ਦਾ ਪੈਦਾ ਹੋਣਾ ਦਰਸਾ ਕੇ ਪਹਿਲੇ ਹੱਥ ਬ੍ਰਾਹਮਣ ਨੇ ਇਹ ਪ੍ਰਭਾਵ ਬਣਾ ਲਿਆ ਕਿ ਰੱਬ ਦਾ ਹਰ ਨੇਮ ਅਥਵਾ ਵਿਧਾਤੇ ਦਾ ਹਰ ਹੁਕਮ ਉਸ ਬ੍ਰਾਹਮਣ ਦੀ ਮਰਜ਼ੀ ਦੇ ਅਧੀਨ ਹੈ। ਰੱਬੀ ਕਾਨੂੰਨ ਨੂੰ ਜਦੋਂ ਅਤੇ ਜਿਵੇਂ ਚਾਹੇ ਬ੍ਰਾਹਮਣ ਮੋੜ ਤੋੜ ਸਕਦਾ ਹੈ। ਉਸ ਦੀ ਮਰਜ਼ੀ ਤੋਂ ਬਿਨਾਂ ਵਿਸ਼ਨੂੰ ਭਗਵਾਨ ਵੀ ਦਸ਼ਰਥ ਦੀ ਬਿੰਦੀ ਸੰਤਾਨ ਨਹੀਂ ਬਣ ਸਕਦਾ ਅਤੇ ਅਗਨੀ ਦੇਵਤੇ ਦੀ ਖੀਰ ਦੇ ਚਮਤਕਾਰ ਨਾਲ ਉਹਨਾਂ ਖਿਆਲੀ ਦੇਵਤਿਆਂ ਦੀ ਕਥਿਤ ਸ਼ਕਤੀ ਦਾ ਭਰਮ ਚੰਗੀ ਤਰ੍ਹਾਂ ਪੱਕਾ ਕਰ ਦਿੱਤਾ, ਜਿਨ੍ਹਾਂ ਨੂੰ ਨਾਮ ਸ਼ਕਲਾਂ ਅਤੇ ਸਵਾਰੀਆਂ ਵੀ ਬ੍ਰਾਹਮਣ ਨੇ ਆਪ ਬਖਸ਼ੀਆਂ ਸਨ। ਇਸ ਮਿਥਿਹਾਸ ਤੇ ਰੱਬੀ ਦਫ਼ਤਰ ਦੀ ਮੋਹਰ ਲੱਗ ਜਾਣ ਨਾਲ ਇਹ ਸਭ ਕੁਝ ਸੱਚ ਬਣ ਗਿਆ ਅਤੇ ਮੂਰਤੀਆਂ ਦੀ ਸ਼ਕਲ ਧਾਰ ਕੇ ਮੰਦਰਾਂ ਵਿੱਚ ਆ ਬਿਰਾਜਿਆ। ਪੱਥਰ ਭਗਵਾਨ ਬਣ ਗਿਆ। ਨੰਬਰ 2। ਦੁਨੀਆ ਵਿੱਚ ਪੈਗੰਬਰ, ਖੁਦਾਈ ਬੇਟਾ, ਰਹਿਬਰ, ਮਹਾਨ ਆਤਮਾ, ਗੁਰੂ, ਸੁਧਾਰਕ ਅਥਵਾ ਲੀਡਰ ਆਦਿ ਸਭ ਉਸ ਨੂੰ ਹੀ ਮੰਨਿਆ ਗਿਆ ਹੈ ਜਿਸ ਨੇ ਸੰਸਾਰ ਨੂੰ ਕੋਈ ਨਿਰਾਲਾ ਗਿਆਨ ਦੇ ਕੇ ਨਿਰਾਲੀ ਸੋਚ ਅਤੇ ਨਿਰਾਲੀ ਜੀਵਨ ਜੁਗਤ ਦੀ ਸੂਝ ਦਿੱਤੀ ਹੋਵੇ ਅਤੇ ਮਨੁੱਖਤਾ ਦੀ ਭਲਾਈ ਵਾਲੇ ਚਮਤਕਾਰੀ ਕਾਰਜ ਕੀਤੇ ਹੋਣ, ਜਿਹੜਾ ਨਿਰੋਲ ਲੋਕਾਂ ਵਾਸਤੇ ਹੀ ਜੀਵਿਆ ਹੋਵੇ। ਇਤਿਹਾਸ ਗਵਾਹ ਹੈ ਕਿ ਅਜਿਹੀ ਉੱਚ ਆਤਮਾ ਵਾਲੇ ਮਹਾਂਪੁਰਖਾਂ ਨੇ ਆਪਣੇ ਬਚਪਨ ਵਿੱਚ ਹੀ ਆਪਣੇ ਜਨਮ ਦੇਣ ਵਾਲਿਆਂ ਨੂੰ, ਅਧਿਆਪਕਾਂ ਨੂੰ ਅਤੇ ਨਿਕਟ ਵਰਤੀਆਂ ਨੂੰ ਆਪਣੀ ਤੀਖਣ ਬੁੱਧੀ ਵਾਲੀ ਚਮਤਕਾਰੀ ਸੂਝ-ਬੂਝ ਨਾਲ ਹੈਰਾਨ ਕਰ ਦਿੱਤਾ। ਜਿਹੜੀ ਪੜ੍ਹਾਈ ਆਮ ਬੱਚਾ ਕਈ ਸਾਲਾਂ ਵਿੱਚ ਪੂਰੀ ਕਰਦਾ ਸੀ, ਅਜਿਹੇ ਅਨੋਖੇ ਅਤੇ ਚਮਤਕਾਰੀ ਬੱਚਿਆਂ ਨੇ ਕੁਝ ਮਹੀਨਿਆਂ ਵਿੱਚ ਪੂਰੀ ਕਰ ਲਈ।
ਮਹਾਨ ਆਤਮਾ ਵਾਲੇ ਕਈ ਮਨੁੱਖ ਸਕੂਲੇ ਵੀ ਭਾਵੇਂ ਨਾ ਗਏ ਹੋਣ, ਪਰ ਉਹਨਾਂ ਦਾ ਚਲਾਇਆ ਸਿਧਾਂਤ ਜਗਤ ਪ੍ਰਸਿੱਧ ਹੋਇਆ। ਕੋਰੇ ਅਨਪੜ੍ਹਾਂ ਨੇ ਸ਼ਕਤੀਸ਼ਾਲੀ ਰਾਜ ਸਥਾਪਿਤ ਕੀਤੇ। ਜਨਮ ਤੋਂ ਹੀ ਅਜਿਹੇ ਅਨੋਖੇ ਬਾਲਕਾਂ ਦੀ ਵਾਸ਼ਨਾ ਖਿਲਰਨੀ ਆਰੰਭ ਹੋ ਜਾਂਦੀ ਹੈ ਅਤੇ ਸਾਰੇ ਦੇਸ਼ ਵਾਸੀਆਂ ਕੋਲ ਪੁੱਜਦੀ ਨੂੰ ਢਿੱਲ ਨਹੀਂ ਲੱਗਦੀ। ਰਮਾਇਣ ਗਾਥਾ ਵਿਚਲੇ ਰਾਮ ਜੀ ਵਿੱਚ ਦੁਨੀਆ ਦੇ ਹੋਰ ਤੀਖਣ ਬੁੱਧੀ ਮਹਾਂਪੁਰਖਾਂ ਵਾਲੀ ਇੱਕ ਵੀ ਸਿਫਤ ਹੋਣ ਦਾ ਕਿਤੇ ਝੌਲਾ ਵੀ ਨਹੀਂ ਪੈਂਦਾ। ਭਾਵ ਰਮਾਇਣ ਗਾਥਾ ਦੇ ਲਿਖਾਰੀ ਬ੍ਰਾਹਮਣ ਨੂੰ ਅਜਿਹੇ ਰੱਬ ਦੀ ਲੋੜ ਨਹੀਂ ਸੀ ਜਿਹੜਾ ਬ੍ਰਾਹਮਣ ਗੁਰੂ ਨਾਲੋਂ ਕਿਤੇ ਹਾਲਤ ਵਿੱਚ ਵੀ ਵੱਧ ਗੁਣਵਾਨ ਹੁੰਦਾ। ਨੰਬਰ 3, ਮਨੁ ਸਿਮਰਤੀ ਅਨੁਸਾਰ ਖੱਤਰੀ ਨੂੰ ਜਨੇਊ ਜਨਮ ਵਾਲੇ ਦਿਨ ਤੋਂ 11ਵੇਂ ਸਾਲ ਦੀ ਉਮਰ ਵਿੱਚ ਪਾਇਆ ਜਾਂਦਾ ਹੈ। ਇੱਕ ਪਾਸੇ ਬਾਲਕ ਨਾਨਕ ਨਿਰੰਕਾਰੀ ਜੀ ਹਨ ਜੋ ਰੱਬ ਨਹੀਂ ਸਨ, ਮਨੁੱਖ ਦੇ ਘਰ ਜਨਮੇ ਪਰਮ ਮਨੁੱਖ ਸਨ। ਮਨੁੱਖ ਗੁਰੂ ਨਾਨਕ ਦੇਵ ਜੀ ਤਾਂ ਜਨੇਊ ਪਾਉਣ ਦੀ ਤਿਆਰੀ ਕਰਦੇ ਬ੍ਰਾਹਮਣ ਕੋਲੋਂ ਅਜਿਹੇ ਜਨੇਊ ਦੀ ਮੰਗ ਕਰ ਲੈਂਦੇ ਹਨ ਜਿਹੜਾ ਨਾ ਕਦੇ ਟੁੱਟੇ, ਨਾ ਸੜੇ ਅਤੇ ਨਾ ਮਰਨ ਉਪਰੰਤ ਹੀ ਸਾਥ ਛੱਡੇ। ਅਤੇ ਇਧਰ ਰਾਮ ਰੱਬ ਜੀ ਨੂੰ ਜਨੇਊ ਪਾਉਣ ਤੋਂ ਪਹਿਲਾਂ ਉਹਨਾਂ ਦਾ ਸਿਰ ਰਗੜ ਕੇ ਮੁੰਨ ਕੇ ਉਹਨਾਂ ਦੀ ਸ਼ਕਲ ਹਾਸੋਹੀਣੀ ਬਣਾ ਦਿੱਤੀ ਜਾਂਦੀ ਹੈ। ਰਾਮ ਜੀ ਬੇਚਾਰਗੀ ਦੀ ਹਾਲਤ ਵਿੱਚ ਬ੍ਰਾਹਮਣਾਂ ਦਾ ਧੰਨਵਾਦ ਕਰਦੇ ਹੋਏ ਉਸ ਸਭ ਕੁਝ ਨੂੰ ਰੱਬੀ ਹੁਕਮ ਸਮਝ ਕੇ ਖੁਸ਼ੀ ਨਾਲ ਝੱਲਦੇ ਹੋਏ ਦਰਸਾਏ ਗਏ ਹਨ। ਜਨੇਊ ਪਾਉਣ ਵਾਲੀ ਕਰਮਕਾਂਡੀ ਮਰਜ਼ਾਦਾ ਨੂੰ ਬਿਨਾਂ ਕਿੰਤੂ ਦੇ ਮੰਨਣ ਤੇ ਰੱਬੀ ਮੋਹਰ ਆ ਟਿਕੀ। ਨੰਬਰ 4, ਪੜ੍ਹਾਈ ਕਰਨ ਜਾਣ ਦੀ ਤਿਆਰੀ ਕਰਨ ਸਮੇਂ ਬ੍ਰਾਹਮਣ ਗੁਰੂ ਵਸ਼ਿਸ਼ਟ ਰੱਬ ਰਾਮ ਜੀ ਦੇ ਗਲ ਅਤੇ ਤੇੜ ਸਾਧੂਆਂ ਵਾਲੀ ਗੇਰੂਏ ਰੰਗ ਦੀ ਧੋਤੀ ਪਵਾਉਂਦਾ ਹੈ। ਰਗੜੇ ਹੋਏ ਸਿਰ ਵਾਲੇ ਰਾਮ ਦੇ ਗਲ ਵਿੱਚ ਮੰਗਤਿਆਂ ਵਾਲੀ ਝੋਲੀ ਪਾ ਕੇ ਲੋਕਾਂ ਕੋਲੋਂ ਖੈਰ ਮੰਗਣ ਲਈ ਬਣਾਈ ਹੋਈ ਲੰਮੀ ਹੇਕ ਨਾਲ ਬੋਲੀ ਜਾਣ ਵਾਲੀ ਮੁਹਾਰਨੀ ਬੁਲਵਾਉਂਦਾ ਹੈ। ਫਿਰ ਕੁੱਤੇ ਮੋੜਨ ਲਈ ਹੱਥ ਵਿੱਚ ਮੋਟਾ ਤੇ ਰਾਮ ਜੀ ਦੇ ਕੱਦ ਨਾਲੋਂ ਲੰਮਾ ਡੰਡਾ ਫੜਾ ਕੇ ਮੰਗਣ ਲਈ ਭੇਜਦਾ ਹੈ। ਰਾਮ ਰੱਬ ਜੀ ਬੜੇ ਸਾਊ ਬੱਚੇ ਵਾਂਗ ਬ੍ਰਾਹਮਣ ਦੇ ਇਸ਼ਾਰੇ ਤੇ ਨੱਚਦੇ ਹੋਏ ਕਿਸੇ ਪ੍ਰਕਾਰ ਦਾ ਕਿੰਤੂ ਨਹੀਂ ਕਰਦੇ। ਸਮਾਜ ਲਈ ਹਾਨੀਕਾਰਕ ਮੰਗਤਾ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਅਥਵਾ ਲੁੱਟਣ ਨੀਤੀ ਵਾਲੀ ਰੀਤ ਤੇ ਵੀ ਰੱਬੀ ਮੋਹਰ ਲਵਾ ਲਈ। ਨੰਬਰ 5, ਰਾਮ ਚੰਦਰ ਜੀ ਦਾ ਸਾਰਾ ਬਚਪਨ ਸ਼ਾਹੀ ਮਹੱਲਾਂ ਤੋਂ ਦੂਰ ਸਿਰਫ ਵਿਦਿਆ ਲੈਣ ਖਾਤਰ ਹੀ ਸਧਾਰਨ ਬੁੱਧੀ ਵਾਲੇ ਬੱਚਿਆਂ ਵਾਂਗ ਜੰਗਲਾਂ ਦੇ ਕਸ਼ਟਾਂ ਵਿੱਚ ਬਤੀਤ ਹੋਇਆ। 25 ਸਾਲ ਦੇ ਜਵਾਨ ਹੋ ਕੇ ਹੀ ਘਰ ਪਰਤੇ। ਦੁਨੀਆ ਦਾ ਭਲਾ ਕਰਨ ਆਇਆ ਅਨੋਖੀ ਬੁੱਧੀ ਵਾਲਾ ਬੱਚਾ ਕਦੇ ਵੀ ਅਜਿਹੀ ਕੈਦ ਵਿੱਚ ਟਿਕ ਕੇ ਆਪਣੀ ਜ਼ਿੰਦਗੀ ਦਾ ਇੰਨਾ ਲੰਮਾ ਸਮਾਂ ਸਿਰਫ ਵਿਦਿਆ ਲੈਣ ਵਾਸਤੇ ਹੀ ਬਰਬਾਦ ਨਹੀਂ ਕਰਦਾ। ਪਰਮਾਤਮਾ ਨੂੰ ਰਾਮ ਰੂਪ ਦੀ ਅਜਿਹੀ ਹਾਲਤ ਵਿੱਚ ਪੇਸ਼ ਕਰਕੇ ਬ੍ਰਾਹਮਣ ਨੇ ਆਪਣੀ ਪ੍ਰਤਿਭਾ ਪ੍ਰਤਿਸ਼ਠਾ ਸਰਬ ਉੱਚਤਾ ਨੂੰ ਬਣਾਈ ਰੱਖਣ ਵਾਲੇ ਜਿਨ੍ਹਾਂ ਸਿਧਾਂਤਾਂ ਤੇ ਰੱਬੀ ਮੋਹਰ ਲਵਾ ਲਈ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਊੜਾ, ਆਪਣੇ ਬਣਾਏ ਆਸ਼ਰਮ ਵੰਡ ਵਾਲੇ ਬ੍ਰਹਮਚਾਰੀ ਆਸ਼ਰਮ ਵਾਲੇ ਸਿਧਾਂਤ ਤੇ। ਐੜਾ, ਬ੍ਰਾਹਮਣ ਕੋਲੋਂ ਵਿਦਿਆ ਦਾਨ ਲਏ ਬਿਨਾਂ ਅਤੇ ਉਸ ਨੂੰ ਗੁਰੂ ਦਸ਼ਨਾ ਦਿੱਤੇ ਬਿਨਾਂ ਰੱਬ ਵੀ ਧਰਤੀ ਤੇ ਸੁਖੀ ਜੀਵਨ ਨਹੀਂ ਬਿਤਾ ਸਕਦਾ। ਈੜੀ, ਵਿਦਿਆ ਲੈਣ ਲਈ ਬ੍ਰਾਹਮਣਾਂ ਦੇ ਘਰਾਂ ਦੀ ਆਸ਼ਰਮ ਅਥਵਾ ਪਸ਼ੂਆਂ ਦੇ ਤਬੇਲੇ ਦੀ ਸਫਾਈ ਤੋਂ ਲੈ ਕੇ ਘਰੇਲੂ ਨੌਕਰਾਂ ਦੇ ਕਰਨ ਵਾਲੇ ਸਾਰੇ ਕੰਮ ਅਤੇ ਬ੍ਰਾਹਮਣ ਦੀ ਮੁੱਠੀ ਚਾਪੀ ਕਰਨ ਦੇ ਨਾਲ ਉਸ ਦੇ ਚਰਨ ਧੋਣੇ ਆਦਿ ਭਗਵਾਨ ਜੀ ਰਾਮ ਕੋਲੋਂ ਕਰਵਾ ਕੇ ਇਸ ਸਾਰੇ ਕੁਝ ਨੂੰ ਰੱਬੀ ਰਜ਼ਾ ਅਥਵਾ ਧਰਮ ਦਾ ਅੰਗ ਬਣਾ ਲਿਆ। ਨੰਬਰ 6, ਜਾਤਕ ਸੰਸਕਾਰਾਂ ਅਤੇ ਬੱਚੇ ਦੇ ਨਾਮਕਰਨ ਤੋਂ ਆਰੰਭ ਹੋ ਕੇ ਜਗ ਗੋਪਾਵੀਤ, ਮੁੰਡਨ ਸੰਸਕਾਰ, ਭਿਖਿਆ ਮੰਗਣ ਦੀ ਮਰਜ਼ਾਦਾ, ਵਿਆਹ ਸੰਸਕਾਰ, ਮਿਰਤਕ ਸੰਸਕਾਰ, ਰੋਣਾ, ਢਾਹਾਂ ਮਾਰਨੀਆਂ, ਚਿਤਾ ਵਿੱਚ ਰੱਖਣਾ ਅਤੇ ਅਗਨ ਭੇਟ ਕਰਨਾ, ਫੁੱਲ ਤਾਰਨੇ, ਤਰਪਣ ਕਰਨਾ, ਸ਼ਰਾਧ, ਬ੍ਰਾਹਮਣਾਂ ਨੂੰ ਦਾਨ ਦੇਣਾ, ਗਊਆਂ ਮਣਸਣੀਆਂ, ਗੰਗਾ ਦੇ ਇਸ਼ਨਾਨ, ਮਰਨ ਤੇ ਮੁੰਡਰ ਕਰਵਾਉਣ ਆਦਿ ਗੱਲ ਕੀ ਸਾਰੇ ਸੰਸਕਾਰ ਬ੍ਰਾਹਮਣ ਦੀਆਂ ਲਿਖੀਆਂ ਸਿਮਰਤੀਆਂ ਅਥਵਾ ਪੁਰਾਣਾ ਆਦਿ ਦੇ ਅਨੁਸਾਰ ਕਰਨੇ। ਫਿਰ ਕੰਮ ਭਾਵੇਂ ਸਿਆਸੀ ਹੋਣ, ਸਮਾਜੀ ਹੋਣ ਤੇ ਭਾਵੇਂ ਪਰਿਵਾਰਕ ਹੋਣ, ਸਾਰੇ ਦੇ ਸਾਰੇ ਬ੍ਰਾਹਮਣ ਕੋਲੋਂ ਪੁੱਛ ਕੇ ਕਰਨੇ। ਇੱਥੋਂ ਤੱਕ ਕਿ ਰਾਜਾ ਰਾਮ ਨੇ ਸਹੁਰੇ ਜਾਣਾ ਸੀ,
ਉਹ ਵੀ ਬ੍ਰਾਹਮਣ ਗੁਰੂ ਵਸ਼ਿਸ਼ਟ ਕੋਲੋਂ ਪੁੱਛ ਕੇ ਤੁਰਿਆ। ਦੇਸ਼ ਦੀ ਮਿੱਟੀ ਲੈ ਕੇ ਰੁੱਖਾਂ, ਹਵਾ, ਪਾਣੀ, ਦੇਵੀ ਦੇਵਤਿਆਂ ਦੀ ਪੂਜਾ, ਗੱਲ ਕੀ ਸਾਰੇ ਰੀਤੀ ਰਿਵਾਜ਼ਾਂ ਦੇ ਭਰਮ ਜਿਹੜੇ ਮੁੱਢਲੇ ਬ੍ਰਾਹਮਣ ਨੇ ਠੱਗ ਨੀਤੀ ਨਾਲ ਚਾਲੂ ਕੀਤੇ ਹੋਏ ਸਨ, ਸਾਰਾ ਕੁਝ ਭਗਵਾਨ ਰਾਮ ਕੋਲੋਂ ਕਰਵਾ ਕੇ ਸਾਰੇ ਦੇ ਸਾਰੇ ਕਰਮ ਕਾਂਡ ਨੂੰ ਰੱਬੀ ਹੁਕਮ ਬਣਾ ਲਿਆ। ਬ੍ਰਾਹਮਣ ਦੇ ਇਸ਼ਾਰੇ ਤੇ ਨੱਚਦੇ ਭਗਵਾਨ ਜੀ ਨੂੰ ਕਿਸੇ ਇੱਕ ਥਾਂ ਵੀ ਬ੍ਰਾਹਮਣ ਅੱਗੇ ਚੂੰ ਤੱਕ ਕਰਦੇ ਨਹੀਂ ਦਰਸਾਇਆ। ਨੰਬਰ 7, ਵਿਸ਼ਵਾਮਿੱਤਰ ਰਿਸ਼ੀ ਨੇ ਮਹਾਰਾਜ ਦਸ਼ਰਥ ਕੋਲ ਆ ਕੇ ਰਾਖਸ਼ਾਂ ਵਿਰੁੱਧ ਸ਼ਿਕਾਇਤ ਕੀਤੀ ਅਤੇ ਉਹਨਾਂ ਨੂੰ ਖਤਮ ਕਰਨ ਲਈ ਇਕੱਲੇ ਸ੍ਰੀ ਰਾਮ ਜੀ ਨੂੰ ਮੰਗ ਲਿਆ। ਆਪਣੇ ਲਾਡਲੇ ਅਤੇ ਚਿਰਾਂ ਪਿੱਛੋਂ ਆਏ ਪੁੱਤਰ ਨੂੰ ਭੇਜਣ ਦੀ ਬਜਾਏ ਇਸ ਖਤਰੇ ਵਾਲੇ ਕੰਮ ਨੂੰ ਕਰਨ ਲਈ ਫੌਜ ਸਮੇਤ ਦਸ਼ਰਥ ਆਪ ਤਿਆਰ ਹੋ ਪਿਆ। ਰਾਜੇ ਦੀ ਇਸ ਗੱਲ ਤੇ ਰਿਸ਼ੀ ਗੁੱਸੇ ਵਿੱਚ ਆ ਗਿਆ ਅਤੇ ਖਾਲੀ ਮੁੜ ਜਾਣ ਲਈ ਤਿਆਰ ਹੋ ਪਿਆ। ਰਾਜਗੁਰੂ ਵਸ਼ਿਸ਼ਟ ਨੇ ਦਖਲ ਦਿੰਦਿਆਂ ਇਹ ਕਿਹਾ ਕਿ ਵਿਸ਼ਵਾਮਿੱਤਰ ਜੀ ਸ੍ਰੀ ਰਾਮ ਦੇ ਭਲੇ ਵਾਸਤੇ ਹੀ ਆਏ ਹਨ ਅਤੇ ਰਾਖਸ਼ਾਂ ਦੇ ਮਾਰਨ ਦੀ ਵਡਿਆਈ ਰਾਮ ਨੂੰ ਦੇਣਾ ਚਾਹੁੰਦੇ ਹਨ। ਨਹੀਂ ਤਾਂ ਇਹਨਾਂ ਦੇ ਆਪਣੇ ਕੋਲ ਇੰਨੀ ਸ਼ਕਤੀ ਹੈ ਕਿ ਸਾਰੇ ਰਾਖਸ਼ਾਂ ਨੂੰ ਸਹਿਜੇ ਹੀ ਮਾਰ ਸਕਦੇ ਹਨ। ਇਹਨਾਂ ਸੁਣ ਕੇ ਦਸ਼ਰਥ ਨੇ ਰਾਮ ਅਤੇ ਲక్ష్మణ ਦੋਹਾਂ ਨੂੰ ਰਿਸ਼ੀ ਨਾਲ ਭੇਜ ਦਿੱਤਾ। ਉਹਨਾਂ ਕੋਲੋਂ ਵਿਸ਼ਵਾਮਿੱਤਰ ਨੇ ਕਈ ਦੈਂਤ ਮਰਵਾਏ। ਇੱਕ ਥਾਂ ਜਾ ਕੇ ਵਿਸ਼ਵਾਮਿੱਤਰ ਨੇ ਇੱਕ ਪੱਥਰ ਵੱਲ ਇਸ਼ਾਰਾ ਕਰਕੇ ਰਾਮ ਜੀ ਨੂੰ ਪੈਰ ਲਾਉਣ ਲਈ ਕਿਹਾ। ਰਾਮ ਜੀ ਨੇ ਬਿਨਾਂ ਕਾਰਨ ਪੁੱਛਿਆਂ ਪੱਥਰ ਨੂੰ ਆਪਣਾ ਪੈਰ ਲਾ ਦਿੱਤਾ। ਪੈਰ ਲੱਗਦਿਆਂ ਹੀ ਉਸ ਪੱਥਰ ਤੋਂ ਇੱਕ ਸੁੰਦਰ ਇਸਤਰੀ ਬਣ ਗਈ, ਅਰਥਾਤ ਕਿ ਰੱਬ ਜੀ ਨੂੰ ਪਤਾ ਹੀ ਨਹੀਂ ਕਿ ਉਸ ਦੇ ਕਿਸੇ ਸਰਾਪੀ ਹੋਈ ਅਬਲਾ ਦਾ ਉਧਾਰ ਵੀ ਕਰਨਾ ਹੈ। ਛੇਤੀ ਹੀ ਰਿਸ਼ੀ ਵਿਸ਼ਵਾਮਿੱਤਰ ਨੂੰ ਰਾਜੇ ਜਨਕ ਦਾ ਸੁਨੇਹਾ ਆ ਗਿਆ ਕਿ ਉਹ ਉਸ ਦੀ ਲੜਕੀ ਸੀਤਾ ਦੇ ਸਵੰਬਰ ਤੇ ਪੁੱਜੇ। ਦੋਹਾਂ ਰਾਜਕੁਮਾਰਾਂ ਨੂੰ ਨਾਲ ਲੈ ਕੇ ਵਿਸ਼ਵਾਮਿੱਤਰ ਜਨਕਪੁਰੀ ਚਲਾ ਗਿਆ। ਰਾਜੇ ਜਨਕ ਦੇ ਪੁੱਛਣ ਤੇ ਕਿ ਉਸ ਦੇ ਨਾਲ ਦੋ ਸੁੰਦਰ ਜਵਾਨ ਕੌਣ ਹਨ, ਵਿਸ਼ਵਾਮਿੱਤਰ ਨੇ ਦੱਸਿਆ ਕਿ ਉਹ ਅਯੁੱਧਿਆ ਦੇ ਰਾਜੇ ਦਸ਼ਰਥ ਦੇ ਪੁੱਤਰ ਸ੍ਰੀ ਰਾਮ ਅਤੇ ਲక్ష్మణ ਹਨ। ਉਹਨਾਂ ਦੀ ਜਾਣਕਾਰੀ ਹੋਣ ਤੇ ਰਾਜਾ ਜਨਕ ਬੜਾ ਹੈਰਾਨ ਅਤੇ ਖੁਸ਼ ਹੋਇਆ। ਸਾਬਤ ਇਹੀ ਹੁੰਦਾ ਹੈ ਕਿ ਉਸ ਨੂੰ ਅਯੁੱਧਿਆ ਦੇ ਰਾਜੇ ਦਸ਼ਰਥ ਅਤੇ ਉਸ ਦੇ ਪੁੱਤਰਾਂ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਇਸੇ ਕਾਰਨ ਹੀ ਤਾਂ ਰਾਜੇ ਜਨਕ ਨੇ ਅਯੁੱਧਿਆ ਵਾਲਿਆਂ ਨੂੰ ਸੀਤਾ ਦੇ ਸਵੰਬਰ ਤੇ ਆਉਣ ਦਾ ਸੱਦਾ ਨਹੀਂ ਸੀ ਭੇਜਿਆ। ਹਾਲਾਂਕਿ ਸਵੰਬਰ ਦੇ ਮੰਡਪ ਵਿੱਚ ਰਾਜਾ ਜਨਕ ਆਪ ਦੱਸਦਾ ਹੈ ਕਿ ਉਸ ਸਵੰਬਰ ਵਿੱਚ ਦੇਸ਼ ਦੇ ਸਾਰੇ ਰਾਜਿਆਂ ਮਹਾਰਾਜਿਆਂ ਤੋਂ ਛੁੱਟ ਵਿਦੇਸ਼ਾਂ ਦੇ ਬੇਅੰਤ ਰਾਜੇ ਅਤੇ ਅਸਮਾਨ ਤੋਂ ਦੇਵਤੇ, ਗੰਧਰਵ ਅਤੇ ਗਣ ਆਦਿ ਵੀ ਆਏ ਹੋਏ ਸਨ। ਵਿਸ਼ਨੂੰ ਜੀ ਨੇ ਧਰਤੀ ਤੇ ਜਨਮ ਲੈਣ ਲਈ ਅਜਿਹਾ ਰਾਜ ਮਹਿਲ ਚੁਣਿਆ ਜਿਸ ਨੂੰ ਗੁਆਂਢੀ ਵੀ ਨਹੀਂ ਸੀ ਜਾਣਦੇ। ਅਸਲ ਗੱਲ ਤਾਂ ਇਹ ਹੈ ਕਿ ਜੇ ਬ੍ਰਾਹਮਣ ਨਾ ਚਾਹੇ ਤਾਂ ਰੱਬ ਦੇ ਜਨਮ ਲੈ ਕੇ ਧਰਤੀ ਤੇ ਆਉਣ ਦੀ ਖਬਰ ਕਿਸੇ ਗੁਆਂਢੀ ਅਤੇ ਬ੍ਰਹਮ ਗਿਆਨੀ ਜਨਕ ਜਿਹੇ ਰਾਜੇ ਨੂੰ ਵੀ ਨਹੀਂ ਸੀ ਲੱਗ ਸਕਦੀ। ਇੰਨੀ ਗਾਥਾ ਵਿਚਲੀਆਂ ਖਾਮੀਆਂ। ਊੜਾ, ਕਿੱਡੀ ਹੈਰਾਨੀ ਦੀ ਗੱਲ ਹੈ ਕਿ ਮਹਾਰਾਜੇ ਦਸ਼ਰਥ ਨੂੰ ਸੈਂਕੜੇ ਸਾਲ ਪਹਿਲਾਂ ਦੀ ਉਮਰ ਸਮੇਂ ਔਲਾਦ ਦੀ ਭੁੱਖ ਨਾ ਜਾਗੀ, ਪਰ ਜਦੋਂ ਵਿਸ਼ਨੂੰ ਜੀ ਨੇ ਧਰਤੀ ਮਾਤਾ ਅਤੇ ਦੇਵੀ ਦੇਵਤਿਆਂ ਦੀ ਮਿਲਵੀਂ ਫਰਿਆਦ ਸੁਣ ਕੇ ਧਰਤੀ ਤੇ ਜਨਮ ਲੈਣ ਦਾ ਬਚਨ ਦੇ ਕੇ ਪੁੱਤਰ ਬਣਨ ਲਈ ਆਪਣਾ ਪਿਤਾ ਦਸ਼ਰਥ ਨੂੰ ਚੁਣ ਲਿਆ, ਤਾਂ ਰਾਜੇ ਦਸ਼ਰਥ ਨੂੰ ਵੀ ਪੁੱਤਰ ਦੀ ਘਾਟ ਨੇ ਸਤਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਵੀ ਪੁੱਤਰ ਪ੍ਰਾਪਤੀ ਲਈ ਬ੍ਰਾਹਮਣ ਰਿਸ਼ੀਆਂ ਦੇ ਆਸ਼ਰਮਾਂ ਤੇ ਨੰਗੇ ਪੈਰੀਂ ਜਾ ਕੇ ਫਰਿਆਦਾਂ ਕਰਨ ਲੱਗ ਪਿਆ। ਐੜਾ, ਸੈਂਕੜੇ ਸਾਲਾਂ ਤੋਂ ਜੱਗ ਕਰਦੇ ਆ ਰਹੇ ਰਿਸ਼ੀ ਵਿਸ਼ਵਾਮਿੱਤਰ ਦੀ ਇਹ ਪਹਿਲੀ ਤੇ ਆਖਰੀ ਸ਼ਿਕਾਇਤ ਐਨ ਉਸ ਸਮੇਂ ਹੀ ਦਸ਼ਰਥ ਕੋਲ ਪੁੱਜੀ ਜਦ ਸ੍ਰੀ ਰਾਮ ਜੀ ਪੜ੍ਹਾਈ ਪੂਰੀ ਕਰਕੇ ਅਜੇ ਆਏ ਹੀ ਸਨ। ਵਿਸ਼ਵਾਮਿੱਤਰ ਦੇ ਆਉਣ ਵਾਲਾ ਮੋੜ ਕਹਾਣੀ ਵਿੱਚ ਸਿਰਫ ਇਹ ਦੱਸਣ ਲਈ ਆਇਆ ਹੈ ਕਿ ਜੇ ਰਿਸ਼ੀ ਆਪ ਆ ਕੇ ਸ੍ਰੀ ਰਾਮ ਅਤੇ ਲక్ష్మణ ਨੂੰ ਨਾਲ ਨਾ ਲੈ ਜਾਂਦਾ ਤਾਂ ਰਾਮ ਜੀ ਅਥਵਾ ਬਾਕੀ ਤਿੰਨ ਭਾਈਆਂ ਨੇ ਸ਼ਾਇਦ ਸਾਰੀ ਉਮਰ ਕੁਆਰੇ ਹੀ ਰਹਿਣਾ ਸੀ, ਕਿਉਂਕਿ ਜਨਕ ਨੇ ਦੂਰ ਦੁਰਾਡੇ ਵਾਲੇ ਸਾਰੇ ਰਾਜਿਆਂ ਨੂੰ ਬੁਲਾ ਲਿਆ ਸੀ। ਪਰ ਮਹਾਰਾਜਾ ਦਸ਼ਰਥ ਨੂੰ ਅਥਵਾ ਉਹਨਾਂ ਦੇ ਅਵਤਾਰੀ ਪੁੱਤਰਾਂ ਨੂੰ ਤਾਂ ਉਹ ਜਾਣਦਾ ਹੀ ਨਹੀਂ ਸੀ। ਕਹਾਣੀ ਦੇ ਇਸ ਮੋੜ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਧਰਤੀ ਤੇ ਆ ਚੁੱਕੇ ਭਗਵਾਨ ਨੂੰ ਵੀ ਹਰ ਹਾਲਤ ਵਿੱਚ ਬ੍ਰਾਹਮਣ ਦੀ ਕਿਰਪਾ ਦ੍ਰਿਸ਼ਟੀ ਦੀ ਲੋੜ ਰਹਿੰਦੀ ਹੈ।
ਪੱਥਰ ਬਣੀ ਅਹਲਿਆ ਦਾ ਸਰਾਪ ਵੀ ਵਿਸ਼ਵਾਮਿੱਤਰ ਦੇ ਇਸ਼ਾਰੇ ਦਾ ਹੀ ਮੁਹਤਾਜ ਦਿਸਦਾ ਹੈ। ਰਾਮ ਵਿਚਾਰੇ ਨੂੰ ਤਾਂ ਪਤਾ ਵੀ ਨਹੀਂ ਕਿ ਪੱਥਰ ਨੂੰ ਪੈਰ ਲਾਉਣ ਵਾਸਤੇ ਉਸ ਨੂੰ ਕਿਉਂ ਕਿਹਾ ਗਿਆ ਸੀ। ਆਪਣੀ ਸਰਬ ਉੱਚਤਾ ਵਾਲੇ ਇਸ ਪੱਖ ਤੇ ਵੀ ਰੱਬੀ ਮੋਹਰ ਲਵਾ ਲਈ। ਭਾਗ 8ਵਾਂ ਵਾਲਮੀਕੀ ਰਾਮਾਇਣ। ਅਯੁੱਧਿਆ ਕਾਂਡ ਦੇ 52ਵੇਂ ਅਧਿਆਇ ਵਿੱਚ ਲਿਖਿਆ ਹੈ ਕਿ ਜਦ ਸੀਤਾ ਰਾਮ ਚੰਦਰ ਜੀ ਨਾਲ ਬਨਵਾਸ ਨੂੰ ਜਾਂਦੀ ਗੰਗਾ ਨਦੀ ਲੰਘੀ, ਤਦ ਮੰਨਤ ਮੰਨੀ ਕਿ ਹੇ ਗੰਗਾ, ਜੇ ਰਾਮ ਬਨਵਾਸ ਤੋਂ ਮੁੜ ਕੇ ਅਯੁੱਧਿਆ ਦਾ ਰਾਜ ਪਾਉਣਗੇ ਤਾਂ ਮੈਂ ਤੇਰੇ ਕਿਨਾਰੇ ਰਹਿਣ ਵਾਲੇ ਬ੍ਰਾਹਮਣਾਂ ਨੂੰ 1000 ਗਊਆਂ ਦਾਨ ਦੇਵਾਂਗੀ ਅਤੇ 1000 ਘੜਾ ਸੁਰਾ ਭਾਵ ਸ਼ਰਾਬ ਦਾ ਤੈਨੂੰ ਅਰਪਾਂਗੀ, ਅਰ ਮਾਸ ਚਾਵਲ ਆਦਿ ਨਾਲ ਤੇਰੀ ਪੂਜਾ ਕਰਾਂਗੀ। ਮਾਸ ਸ਼ਰਾਬ ਦੀ ਵਰਤੋਂ ਦੀ ਖੁੱਲ੍ਹ ਵਾਲੇ ਕਰਮ ਅਤੇ ਗੰਗਾ ਦੀ ਪੂਜਾ ਕਰਨ ਵਾਲੇ ਭਰਮ ਅਤੇ ਬ੍ਰਾਹਮਣਾਂ ਨੂੰ ਦਾਨ ਦਿੱਤੇ ਜਾਣ ਨੂੰ ਪੁੰਨ ਕਰਮ ਸਮਝੀ ਰੱਖਣ ਲਈ ਅਜਿਹਾ ਲਿਖਿਆ। ਅਰਥਾਤ ਬ੍ਰਾਹਮਣ ਨੇ ਆਪਣੀ ਹਵਸ ਪੂਰਤੀ ਵਾਸਤੇ ਗ੍ਰੰਥਾਂ ਦੀ ਸਹਾਇਤਾ ਨਾਲ ਜੋ ਜਾਲ ਵਿਛਾਇਆ ਸੀ, ਉਸ ਦੇ ਕਈ ਪੱਖਾਂ ਤੇ ਭਗਵਾਨ ਰਾਮ ਕੋਲੋਂ ਰੱਬੀ ਮੋਹਰ ਲਵਾ ਲਈ। ਮਨੁੱਖਤਾ ਦੇ ਚੰਗੇ ਗੁਣਾਂ ਵੱਲੋਂ ਢਿੱਲ। ਰਾਮਾਇਣ ਗਾਥਾ ਦੀ ਫਿਲਮ ਵਿੱਚ ਅਜਿਹੀਆਂ ਠੋਸ ਮਹੱਤਤਾ ਵਾਲੀਆਂ ਕਈ ਗੱਲਾਂ ਹਨ ਜਿਨ੍ਹਾਂ ਤੋਂ ਇਸ ਕਥਾ ਦੀ ਅਸਲੀਅਤ ਵਿਰੁੱਧ ਗੰਭੀਰ ਸ਼ੰਕੇ ਬਣਦੇ ਹਨ। ਦਸ਼ਰਥ ਅਥਵਾ ਰਾਮ ਦੇ ਮੂੰਹੋਂ ਜ਼ਾਹਰਾ ਝੂਠ ਬੁਲਵਾਇਆ ਗਿਆ। ਫਿਰ ਜਿਸ ਰਾਮ ਜੀ ਨੂੰ ਤਰਲੋਕੀਨਾਥ ਭਗਵਾਨ ਕਿਹਾ ਜਾ ਰਿਹਾ ਹੈ, ਉਸ ਕੋਲੋਂ ਕਈ ਥਾਈਂ ਅਜਿਹਾ ਕੁਝ ਅਖਵਾਇਆ ਗਿਆ ਹੈ ਅਥਵਾ ਕਰਵਾਇਆ ਗਿਆ ਹੈ ਜੋ ਆਪਣੇ ਆਪ ਵਿੱਚ ਬੇਅਸੂਲੀ ਅਥਵਾ ਕੋਰਾ ਝੂਠ ਬਣ ਕੇ ਰਹਿ ਜਾਂਦਾ ਹੈ। ਭਗਵਾਨ ਤੇ ਕਿਤੇ ਰਿਹਾ ਇੱਕ ਚੰਗਾ ਮਨੁੱਖ ਵੀ ਅਜਿਹਾ ਕੁਝ ਨਾ ਕਦੇ ਬੋਲੇ ਅਤੇ ਨਾ ਹੀ ਕਰੇ। ਉਦਾਹਰਣ ਵਜੋਂ ਨੰਬਰ 9 ਝੂਠ ਬੋਲਣਾ। ਸਧਾਰਨ ਤੌਰ ਤੇ ਅਜਿਹੀ ਗੱਲ ਨੂੰ ਦਿਲ ਕਰੇ ਕਬੂਲ ਨਹੀਂ ਕਰਦਾ ਕਿ ਦੁਨੀਆ ਦਾ ਕੋਈ ਵੀ ਰਾਜਾ ਏਡੀ ਸ਼ੇਖੀ ਖੋਰਾ ਜਾਂ ਝੂਠਾ ਹੋਵੇਗਾ ਜਿਸ ਤਰ੍ਹਾਂ ਦਾ ਮਹਾਰਾਜਾ ਦਸ਼ਰਥ ਅਥਵਾ ਰਾਮ ਜੀ ਨੂੰ ਦਰਸਾਇਆ ਹੋਇਆ ਹੈ। ਮੰਥਰਾ ਗੋਲੀ ਦੀ ਚੁੱਕ ਵਿੱਚ ਆ ਕੇ ਕੈਕਈ ਕਾਲੇ ਬਸਤਰ ਪਾ ਕੇ ਹਨੇਰੀ ਗੁਫਾ ਵਿੱਚ ਜਾ ਪੈਂਦੀ ਹੈ। ਦਸ਼ਰਥ ਉਸ ਨੂੰ ਮਨਾਉਣ ਦੇ ਯਤਨ ਵਿੱਚ ਕਹਿੰਦਾ ਹੈ ਕਿ ਦੇਵੀ ਜਹਾਂ ਤੱਕ ਸੂਰਜ ਕਾ ਚੱਕਰ ਘੂਮਤਾ ਹੈ, ਸਾਰੀ ਪ੍ਰਿਥਵੀ ਮੇਰੇ ਅਧਿਕਾਰ ਮੇਂ ਹੈ, ਅਤੇ ਫਿਰ ਸ਼ੇਖੀ ਵਿੱਚ ਆਇਆ ਹੋਇਆ ਆਪਣੇ ਅਧਿਕਾਰ ਹੇਠਲੇ ਦੇਸ਼ਾਂ ਅਰਥਾਤ ਸੁਰਾਸ਼ਟਰ, ਸੰਧੂ, ਅੰਗ, ਬੰਗ, ਕੌਸ਼ਿਕ, ਕਾਂਸੀ ਆਦਿ ਦੇ ਨਾਮ ਵੀ ਲੈਂਦਾ ਹੈ। ਕਹਾਣੀ ਜ਼ਰਾ ਹੀ ਅੱਗੇ ਤੁਰਦੀ ਹੈ ਤਾਂ ਦਸ਼ਰਥ ਦੇ ਕਥਨ ਝੂਠੇ ਅਤੇ ਨਿਰਾਧਾਰ ਸਿੱਧ ਹੋਣੇ ਆਰੰਭ ਹੋ ਜਾਂਦੇ ਹਨ ਅਥਵਾ ਦਸ਼ਰਥ ਦਾ ਇਹ ਸਾਰਾ ਭਾਸ਼ਣ ਇਨ੍ਹਾਂ ਗੱਲਾਂ ਕਰਕੇ ਗੱਪ ਬਣ ਕੇ ਰਹਿ ਜਾਂਦਾ ਹੈ। ਊੜਾ ਦਸ਼ਰਥ ਦੇ ਅਜਿਹੇ ਕਹਿਣ ਤੋਂ ਅਗਲੀ ਸਵੇਰ ਆਰਾਮ ਬਨਵਾਸ ਨੂੰ ਤੁਰਦਾ ਹੈ। ਇੱਕ ਰਾਤ ਰਸਤੇ ਵਿੱਚ ਪੜਾਅ ਕਰਕੇ ਅਗਲੀ ਸ਼ਾਮ ਹੋਣ ਤੋਂ ਪਹਿਲਾਂ ਹੀ ਸੋਮੰਤ ਨਾਮੀ ਮਹਾਮੰਤਰੀ ਰੱਥ ਰੋਕ ਕੇ ਰਾਮ ਨੂੰ ਕਹਿੰਦਾ ਹੈ ਕਿ ਉਹਨਾਂ ਦੇ ਰਾਜ ਦੀ ਹੱਦ ਖਤਮ ਹੋ ਗਈ ਹੈ ਅਤੇ ਇਸ ਤੋਂ ਅੱਗੇ ਰੱਥ ਨਹੀਂ ਜਾ ਸਕਦਾ। ਰਾਮ ਜੀ ਉਤਰ ਕੇ ਆਪਣੇ ਰਾਜ ਦੀ ਧਰਤੀ ਨੂੰ ਨਮਸਕਾਰ ਕਰਦੇ ਹਨ ਅਤੇ ਥੋੜੀ ਮਿੱਟੀ ਲੈ ਕੇ ਸਤਿਕਾਰ ਨਾਲ ਰੁਮਾਲ ਵਿੱਚ ਬੰਨ੍ਹ ਲੈਂਦੇ ਹਨ। ਉਸ ਤੋਂ ਅਗਲੇ ਦਿਨ ਗੰਗਾ ਪਾਰ ਕਰਕੇ ਜਦ ਜਮਨਾ ਨਦੀ ਤੋਂ ਆਪਣੇ ਮਿੱਤਰ ਨਿਸ਼ਾਦ ਰਾਜ ਮਹਾਲਾਂ ਦਾ ਰਾਜਾ ਜਿਸ ਦੇ ਅਧਿਕਾਰ ਵਿੱਚ ਇੱਕ ਪਿੰਡ ਅਤੇ ਪੱਤਣਾਂ ਦੇ ਨਾਲ ਲੱਗਦੀ ਥੋੜੀ ਜਿਹੀ ਧਰਤੀ ਸੀ ਨੂੰ ਰਾਮ ਤਾਕੀਦ ਕਰਦਾ ਹੈ ਕਿ ਭਾਰਤ ਦੇ ਰਾਜ ਦੀ ਸੀਮਾ ਦੀ ਰੱਖਿਆ ਕਰਨ ਵਿੱਚ ਸਹਾਇਤਾ ਕਰੇ। ਇੱਥੋਂ ਇਹੀ ਸਾਬਤ ਹੁੰਦਾ ਹੈ ਕਿ ਭਾਰਤ ਦਾ ਰਾਜ ਬੜਾ ਕਮਜ਼ੋਰ ਅਤੇ ਛੋਟਾ ਸੀ, ਜਿਹੜਾ ਮਲਾਹਾਂ ਦੇ ਕਬੀਲੇ ਦੀ ਰੱਖਿਆ ਦਾ ਮੁਹਤਾਜ ਦਰਸਾਇਆ ਗਿਆ ਸੀ। ਐੜਾ ਰਾਮ ਦੇ ਰਾਜਾ ਬਣ ਜਾਣ ਉਪਰੰਤ ਜਦੋਂ ਧੋਬੀ ਦੀ ਇਸਤਰੀ ਵਾਲਾ ਝਗੜਾ ਖੜਾ ਹੁੰਦਾ ਹੈ ਤਾਂ ਰਾਮ ਸੀਤਾ ਨੂੰ ਕਹਿੰਦਾ ਹੈ ਕਿ ਧੋਬਣ ਦੂਜੇ ਰਾਜ ਵਿੱਚ ਚਲੀ ਗਈ ਹੈ, ਇਸ ਲਈ ਉਸ ਨੂੰ ਬੁਲਾ ਕੇ ਝਗੜੇ ਦੀ ਪੁੱਛ ਪੜਤਾਲ ਕਰਕੇ ਫੈਸਲਾ ਨਹੀਂ ਕਰ ਸਕਦਾ। ਇਸ ਤੋਂ ਵੀ ਰਾਜਾ ਰਾਮ ਦੇ ਰਾਜ ਅਧਿਕਾਰ ਦੀ ਕਮਜ਼ੋਰੀ ਅਤੇ ਬੇਬਸੀ ਪ੍ਰਤੱਖ ਹੋ ਦਿਸਦੀ ਹੈ। ਗੁਆਂਢੀ ਰਾਜੇ ਨੂੰ ਕਹਿ ਕੇ ਧੋਬਣ ਵੀ ਵਾਪਸ ਨਹੀਂ ਮੰਗਵਾ ਸਕਦਾ ਅਤੇ ਜਿਸ ਰਾਜ ਦੀਆਂ ਹੱਦਾਂ ਨੂੰ ਇੱਕ ਦੁਖਿਆਰੀ ਅਬਲਾ ਸਹਿਜ ਨਾਲ ਹੀ ਪਾਰ ਕਰ ਸਕਦੀ ਹੈ, ਉਸ ਰਾਜ ਰਾਮ ਦੀ ਹੱਦ ਇੱਕ ਠਾਣੇ ਦੀ ਹੱਦ ਤੋਂ ਵੀ ਘੱਟ ਹੋ ਦਿਸਦੀ ਹੈ। ਈੜੀ
ਬ੍ਰਹਮ ਗਿਆਨੀ ਅਤੇ ਦਿਵ ਦ੍ਰਿਸ਼ਟੀ ਵਾਲਾ ਰਾਜਾ ਜਨਕ ਜੰਗਲਾਂ ਵਿੱਚ ਵਿਚਰਨ ਵਾਲੇ ਉਹਨਾਂ ਰਿਸ਼ੀਆਂ ਨੂੰ ਤਾਂ ਆਪਣੀ ਧੀ ਦੇ ਸਵੰਬਰ ਤੇ ਆਉਣ ਦਾ ਸੱਦਾ ਭੇਜ ਸਕਦਾ ਹੈ, ਜਿਨ੍ਹਾਂ ਦਾ ਪੱਕਾ ਟਿਕਾਣਾ ਕਿਤੇ ਨਹੀਂ ਹੁੰਦਾ, ਪਰ ਜਿਹੜਾ ਆਪਣੇ ਰਾਜ ਦੀ ਹੱਦ ਵਿੱਚ ਸਾਰੀ ਦੁਨੀਆ ਦੱਸਦਾ ਸੀ ਅਤੇ ਜਿਸ ਦੇ ਘਰ ਭਗਵਾਨ ਨੂੰ ਜਨਮ ਲਏ ਨੂੰ ਕਰੀਬ 25 ਸਾਲ ਹੋ ਚੁੱਕੇ ਸਨ, ਉਸ ਰਾਜੇ ਦਸ਼ਰਥ ਨੂੰ ਰਾਜਾ ਜਨਕ ਜਾਣਦਾ ਪਛਾਣਦਾ ਤੱਕ ਨਹੀਂ ਕਿ ਉਹ ਕੋਈ ਗੁਮਨਾਮ ਜਿਹਾ ਮਾਮੂਲੀ ਜ਼ਿਮੀਂਦਾਰ ਹੀ ਸੀ ਕਿ ਜਾਂ ਪਿੰਡ ਦਾ ਗੁਮਨਾਮ ਚੌਧਰੀ ਸੀ ਕਿ ਜਾਂ ਸਭ ਮਨ ਘੜਤ ਗਾਂਢਾ ਸਾਂਢਾ ਹੀ ਹੈ। ਕਿ ਇਹ ਸਮਝਿਆ ਜਾਵੇ ਕਿ ਮਹਾਰਾਜਾ ਦਸ਼ਰਥ ਨੇ ਕੈਕਈ ਨਾਲ ਐਵੇਂ ਗੱਪ ਮਾਰੀ ਸੀ ਕਿ ਉਸ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ। ਸੱਸਾ ਸਾਰੀ ਪ੍ਰਿਥਵੀ ਦਾ ਭਾਰ ਦੂਰ ਕਰਨ ਆਇਆ ਸਾਰੇ ਸੰਸਾਰ ਦਾ ਪ੍ਰਭੂ ਆਪਣੇ ਰਾਜ ਦੀ ਮਿੱਟੀ ਨੂੰ 14 ਸਾਲ ਜੰਗਲਾਂ ਬਨਾਂ ਵਿੱਚ ਬੜੇ ਸਤਿਕਾਰ ਨਾਲ ਸਾਂਭੀ ਰੱਖਦਾ ਹੈ। ਰੋਜ਼ ਉਸ ਮਿੱਟੀ ਦੀ ਪੂਜਾ ਕਰਕੇ ਇਹ ਸਾਬਤ ਕਰਦਾ ਹੈ ਕਿ ਉਸ ਨੂੰ ਬਾਕੀ ਧਰਤੀ ਦੀ ਮਿੱਟੀ ਨਾਲ ਕੋਈ ਵਾਸਤਾ ਨਹੀਂ। ਅਤੇ ਫਿਰ ਬਾਲੀ ਨੂੰ ਰਾਮ ਇਹ ਕਹਿੰਦਾ ਹੈ ਕਿ ਬਾਲੀ ਦੇ ਅਧਿਕਾਰ ਵਾਲੀ ਥਾਂ ਤਾਈਂ ਉਸ ਦੇ ਭਾਈ ਭਰਤ ਦਾ ਰਾਜ ਹੈ। ਇਸ ਬਹਾਨੇ ਬਾਲੀ ਨੂੰ ਮਿਰਤੂ ਦੰਡ ਦੇਣਾ ਆਪਣੇ ਅਧਿਕਾਰ ਖੇਤਰ ਵਿੱਚ ਦੱਸਦਾ ਹੈ। ਕਿੱਡਾ ਕੋਰਾ ਝੂਠ ਉਸੇ ਰਾਮ ਜੀ ਕੋਲੋਂ ਬੁਲਵਾਇਆ ਗਿਆ ਹੈ, ਜਿਹੜਾ ਮਗਰੋਂ ਸੀਤਾ ਕੋਲ ਆਪਣੀ ਬੇਬਸੀ ਇਹ ਆਖ ਕੇ ਜ਼ਾਹਰ ਕਰਦਾ ਹੈ ਕਿ ਧੋਬਣ ਦੂਜੇ ਰਾਜ ਵਿੱਚ ਜਾ ਵੜੀ ਹੈ, ਇਸ ਲਈ ਉਸ ਦੀ ਫਰਿਆਦ ਦਾ ਫੈਸਲਾ ਕਿਵੇਂ ਕਰੇ। ਕੀ ਕਹਾਣੀ ਦੀ ਲੋੜ ਪੂਰੀ ਕਰਨ ਲਈ ਕਿ ਜਾਂ ਕਿਸੇ ਹੋਰ ਕਾਹਲੀ ਵਿੱਚ ਬ੍ਰਾਹਮਣ ਨੇ ਪੈਰ ਪੈਰ ਤੇ ਅਜਿਹੀਆਂ ਸ਼ਖਸੀਅਤਾਂ ਦੇ ਮੂੰਹੋਂ ਝੂਠ ਬੁਲਾਏ ਹਨ। ਅਜਿਹਾ ਕਰਨ ਨਾਲ ਲਿਖਾਰੀ ਨੂੰ ਨਿੱਜੀ ਲਾਭ ਕੀ ਪੁੱਜਣਾ ਸੀ। ਸਿਰਫ ਝੂਠ ਬੋਲਣ ਵਾਲੀ ਆਪਣੀ ਆਦਤ ਤੇ ਰੱਬੀ ਮੋਹਰ ਲਵਾ ਕੇ ਬ੍ਰਾਹਮਣ ਇਸ ਨੂੰ ਧਰਮ ਅਥਵਾ ਸਭਿਅਤਾ ਦਾ ਅੰਗ ਬਣਾ ਰਿਹਾ ਸੀ। ਨੰਬਰ 10, ਕਿਸੇ ਦੀ ਇਸਤਰੀ ਦਾ ਹਰਨ ਹੋ ਜਾਣ ਨੂੰ ਮਾਨਵਤਾ ਵਿੱਚ ਬੜਾ ਦੁਖਦਾਈ ਅਤੇ ਸ਼ਰਮਨਾਕ ਮੰਨਿਆ ਗਿਆ ਹੈ। ਜਿਸ ਢੰਗ ਨਾਲ ਸੀਤਾ ਦਾ ਹਰਨ ਹੋਇਆ ਵਿਖਾਇਆ ਗਿਆ ਹੈ ਅਤੇ ਜਿਸ ਪ੍ਰਕਾਰ ਦੀ ਸਥਿਤੀ ਸਮੇਂ ਜਿਸ ਕਿਸਮ ਦੀ ਕੰਮ ਅਕਲੀ ਵਾਲੀਆਂ ਅਥਵਾ ਸਖਤ ਅਣਗਹਿਲੀਆਂ ਵਾਲੀਆਂ ਭੁੱਲਾਂ ਪ੍ਰਭੂ ਰਾਮ ਦੇ ਮੱਥੇ ਮੜੀਆਂ ਹਨ, ਅਜਿਹੀਆਂ ਗੰਭੀਰ ਭੁੱਲਾਂ ਸਧਾਰਨ ਸੂਝ-ਬੂਝ ਵਾਲਾ ਮਨੁੱਖ ਵੀ ਕਦੇ ਨਹੀਂ ਕਰ ਸਕਦਾ। ਉਹਨਾਂ ਭੁੱਲਾਂ ਦਾ ਵੇਰਵਾ ਇਸ ਪ੍ਰਕਾਰ ਹੈ। ਊੜਾ ਆਰਾਮ ਰੂਪ ਵਿੱਚ ਵਿਚਰਦੇ ਵਿਸ਼ਨੂੰ ਜੀ ਨੂੰ ਇਹ ਕਿਵੇਂ ਭੁੱਲ ਸਕਦਾ ਸੀ ਕਿ ਜਿਹੜੇ ਦੇਵਤੇ ਉਸ ਕੋਲ ਖੀਰ ਸਮੁੰਦਰ ਵਿੱਚ ਰਾਵਣ ਦੇ ਵਿਰੁੱਧ ਸ਼ਿਕਾਇਤਾਂ ਲਾਉਣ ਗਏ ਸਨ, ਰਾਵਣ ਵੀ ਉਹਨਾਂ ਦਾ ਹੀ ਭਗਤ ਸੀ ਅਤੇ ਉਸ ਨੂੰ ਸਾਰੇ ਵਰ ਉਹਨਾਂ ਨੇ ਹੀ ਦਿੱਤੇ ਹੋਏ ਸਨ। ਇਹ ਕਿਵੇਂ ਹੋ ਸਕਦਾ ਹੈ ਕਿ ਰਾਵਣ ਨੂੰ ਪਤਾ ਨਾ ਹੁੰਦਾ ਕਿ ਵਿਸ਼ਨੂੰ ਨੇ ਉਸ ਦੇ ਮਾਰਨ ਲਈ ਅਵਤਾਰ ਲਿਆ ਸੀ। ਉਸੇ ਹੀ ਪ੍ਰਭੂ ਦੇ ਦਰਬਾਰੀਆਂ ਨੇ ਕੰਸ ਨੂੰ ਕਈ ਸਾਲ ਪਹਿਲਾਂ ਦੱਸ ਦਿੱਤਾ ਸੀ ਕਿ ਉਸ ਦੀ ਭੈਣ ਦੀ ਕੁੱਖੋਂ ਵਿਸ਼ਨੂੰ ਨੇ ਪੈਦਾ ਹੋ ਕੇ ਉਸ ਨੂੰ ਖਤਮ ਕਰਨਾ ਹੈ। ਪ੍ਰਭੂ ਦੇ ਦਰਬਾਰ ਦੇ ਕਰਮਚਾਰੀਆਂ ਦੀ ਹੀ ਚੁਗਲਖੋਰੀ ਵਾਲੀ ਆਦਤ ਕਾਰਨ ਬੇਗੁਨਾਹ ਬੱਚਿਆਂ ਨੂੰ ਕੰਸ ਨੇ ਕਤਲ ਕੀਤਾ ਸੀ। ਇਹਨਾਂ ਮਾਸੂਮ ਬੱਚਿਆਂ ਦੇ ਕਾਤਲ ਅਸਲ ਵਿੱਚ ਭਵਿੱਖਬਾਣੀ ਕਰਨ ਵਾਲੇ ਪ੍ਰਭੂ ਦਰਬਾਰ ਦੇ ਭੇਤੀ ਉਸ ਦੇ ਆਪਣੇ ਅਹਿਲਕਾਰ ਹੀ ਸਨ। ਰਾਮ ਜੀ ਨੂੰ ਰਾਵਣ ਵੱਲੋਂ ਹਰ ਪਲ ਸੁਚੇਤ ਰਹਿਣਾ ਸੁਭਾਵਕ ਗੱਲ ਹੋਣੀ ਚਾਹੀਦੀ ਸੀ। ਐੜਾ ਵਿਸ਼ਵਾਮਿੱਤਰ ਰਿਸ਼ੀ ਦੇ ਨਾਲ ਜਾਣ ਸਮੇਂ ਤੋਂ ਲੈ ਕੇ ਰਾਮ ਜੀ ਰਾਵਣ ਦੇ ਕੁਟੰਬੀਆਂ ਨੂੰ ਕਤਲ ਕਰਦੇ ਆ ਰਹੇ ਸਨ। ਫਿਰ ਪੰਚਵਟੀ ਪੁੱਜ ਕੇ ਵੀ ਰਾਵਣ ਦੀ ਸਕੀ ਭੈਣ ਦਾ ਨੱਕ ਵੱਢ ਦੇਣਾ ਤੇ ਰਾਵਣ ਦੇ ਮਹਾਬਲੀ ਭਰਾਵਾਂ ਦਾ ਫੌਜ ਸਮੇਤ ਖਾਤਮਾ ਕਰ ਦੇਣਾ, ਇਨ੍ਹਾਂ ਕਾਰਨਾਂ ਕਰਕੇ ਅਤੇ ਫਿਰ ਜੰਗਲ ਦੇ ਵਾਸ ਸਮੇਂ ਹੋਰ ਵੀ ਅਸਾਧਾਰਨ ਰੂਪ ਵਿੱਚ ਉਚੇਚੀ ਖਬਰਦਾਰੀ ਦੀ ਲੋੜ ਸੀ। ਪੰਚਵਟੀ ਦੀ ਰਿਹਾਇਸ਼ ਸਮੇਂ ਰਾਮ ਨੂੰ ਤਾਂ ਇਸ ਤਰ੍ਹਾਂ ਦਰਸਾਇਆ ਹੈ ਜਿਵੇਂ ਨਾਨਕੇ ਪਿੰਡ ਫੇਰੇ ਹੁੰਦੇ ਹਨ। ਈੜੀ ਸੁਨਹਿਰੀ ਹਿਰਨ ਨੂੰ ਵੇਖ ਕੇ ਉਸ ਨੂੰ ਫੜਨ ਦੀ ਜਾਂ ਮਾਰ ਕੇ ਖਲ ਹਾਸਲ ਕਰ ਲੈਣ ਦੀ ਲਾਲਸਾ ਪੈਦਾ ਹੋਣੀ ਇੱਕ ਸਧਾਰਨ ਇਸਤਰੀ ਦੇ ਮਨ ਵਾਲੀ ਕੋਝੀ ਤ੍ਰਿਸ਼ਨਾ ਸੀ। ਅਜਿਹੀ ਬੱਚਿਆਂ ਵਾਲੀ ਜ਼ਿੱਦ ਲక్ష్ਮੀ ਦੇਵੀ ਦੀ ਅਵਤਾਰ ਸੀਤਾ ਮਾਤਾ ਜੀ ਦੇ ਆਚਰਨ ਨੂੰ ਧੁੰਦਲਾ ਕਰਦੀ ਹੈ। ਫਿਰ ਲక్ష్ਮਣ ਨੇ ਸੁਚੇਤ ਕੀਤਾ ਸੀ ਕਿ ਹਿਰਨ ਪ੍ਰਕਿਰਤਕ ਨਿਯਮਾਂ ਦੇ ਵਿਰੁੱਧ ਹੈ ਅਤੇ ਉਸ ਨੇ ਕਿਸੇ ਦੁਰਘਟਨਾ ਦੇ ਵਾਪਰ ਸਕਣ ਦਾ ਡਰ ਵੀ ਪ੍ਰਗਟ ਕੀਤਾ ਸੀ। ਪ੍ਰਭੂ ਰਾਮ ਨੇ ਉਹਦੇ ਕਹੇ ਨੂੰ ਰੱਦ ਕਰ ਦਿੱਤਾ ਅਤੇ ਹਿਰਨ ਪਿੱਛੇ ਭੱਜ ਉੱਠਿਆ।
ਇਸ ਗੰਭੀਰ ਭੁੱਲ ਨੂੰ ਮਗਰੋਂ ਰਾਮ ਆਪਣੇ ਮੂੰਹੋਂ ਮੰਨਦਾ ਅਤੇ ਸਖਤ ਪਛਤਾਵਾ ਕਰਦਾ ਵੀ ਦਰਸਾਇਆ ਗਿਆ ਹੈ। ਅਜਿਹਾ ਭੁੱਲੜ ਰੱਬ ਸਿਰਫ ਬ੍ਰਾਹਮਣ ਦਾ ਹੀ ਹੋ ਸਕਦਾ ਹੈ। ਗੁਰਮਤਿ ਦੇ ਰੱਬ ਅਤੇ ਗੁਰੂ ਦੋਵੇਂ ਅਭੁੱਲ ਹਨ। ਸੱਸਾ ਰਾਮ ਦਾ ਤੀਰ ਵੱਜਦਿਆਂ ਸਾਰ ਹੀ ਸਵਰਨ ਹਿਰਨ ਦੈਂਤ ਦੇ ਰੂਪ ਵਿੱਚ ਬਦਲ ਕੇ ਰਾਮ ਦੀ ਆਵਾਜ਼ ਵਿੱਚ ਸੀਤਾ ਅਤੇ ਲਛਮਣ ਨੂੰ ਸਹਾਇਤਾ ਵਾਸਤੇ ਪੁਕਾਰਨ ਲੱਗ ਪਿਆ ਸੀ। ਅਜਿਹੇ ਸਮੇਂ ਬੜੀ ਘੱਟ ਬੁੱਧੀ ਵਾਲੇ ਮਨੁੱਖ ਨੂੰ ਵੀ ਖਤਰੇ ਦਾ ਪੂਰਾ ਗਿਆਨ ਹੋ ਜਾਂਦਾ ਹੈ। ਰਾਮ ਦਾ ਜਾਨਲੇਵਾ ਤੀਰ ਵੱਜਣ ਦੀ ਪੀੜ ਵਿੱਚ ਆਖਰੀ ਸਵਾਸਾਂ ਤੇ ਪੁੱਜੇ, ਜਿਸ ਦੈਂਤ ਦੀ ਆਵਾਜ਼ ਲਛਮਣ ਅਤੇ ਸੀਤਾ ਨੂੰ ਧੋਖਾ ਦੇ ਰਹੀ ਸੀ ਕਿ ਉਸੇ ਥਾਂ ਤੇ ਖਲੋਤਿਆਂ ਹੀ ਪ੍ਰਭੂ ਰਾਮ ਦੀ ਆਵਾਜ਼ ਉਹਨਾਂ ਨੂੰ ਹੌਸਲਾ ਨਹੀਂ ਦੇ ਸਕਦੀ ਕਿ ਭਗਵਾਨ ਰਾਮ ਦੀ ਆਵਾਜ਼ ਏਡੀ ਕਮਜ਼ੋਰ ਸੀ ਕਿ ਆਪਣੇ ਠੀਕ ਠਾਕ ਹੋਣ ਬਾਰੇ ਦੱਸ ਨਹੀਂ ਸਨ ਸਕਦੇ। ਝਟਪਟ ਕੁਟੀਆ ਵੱਲ ਨੂੰ ਮੁੜਨ ਦੀ ਬਜਾਏ ਡੌਰ ਭੌਰ ਹੋਏ ਉਸ ਥਾਂ ਤੇ ਜਾ ਖੜੇ ਹੁੰਦੇ ਹਨ ਜਿੱਥੋਂ ਮਾਰੀਸ਼ ਦੈਂਤ ਰਾਮ ਵਰਗੀ ਆਵਾਜ਼ ਨਾਲ ਸੀਤਾ ਅਤੇ ਲਛਮਣ ਨੂੰ ਧੋਖੇ ਵਿੱਚ ਪਾ ਰਿਹਾ ਸੀ। ਕਿੰਨਾ ਚਿਰ ਦੈਂਤ ਕੋਲ ਖੜੇ ਹੋ ਕੇ ਉਸ ਦੀ ਜਾਨ ਨਿਕਲਦੀ ਦਾ ਤਮਾਸ਼ਾ ਬਿਟ ਬਿਟ ਵੇਖੀ ਜਾਂਦੇ ਹਨ ਕਿ ਇਹ ਸਭ ਕੁਝ ਦਰਸਾ ਕੇ ਪ੍ਰਭੂ ਰਾਮ ਦੀ ਹਸਤੀ ਨਾਲ ਇੱਕ ਹੋਰ ਵੀ ਘਿਨਾਉਣਾ ਮਖੌਲ ਨਹੀਂ ਕੀਤਾ ਗਿਆ। ਫਿਰ ਰਾਮ ਜੀ ਨੂੰ ਆਪਣੀਆਂ ਭੁੱਲਾਂ ਕਾਰਨ ਪਛਤਾਉਂਦਿਆਂ ਦਰਸਾ ਕੇ ਪਰਮਾਤਮਾ ਦੀ ਅਭੁੱਲ ਸ਼ਕਤੀ ਤੇ ਕੋਝਾ ਹਮਲਾ ਕੀਤਾ ਗਿਆ ਹੈ। ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਹੀਂ। ਪੰਨਾ 301। ਹਮ ਭੂਲੇ ਤੁਮ ਸਦਾ ਅਭੂਲਾ, ਹਮ ਪਤਤ ਤੁਮ ਪਤਤ ਉਦਰਿਆ, ਹਮ ਨੀਚ ਬਿਰਖ ਤੁਮ ਮੈਲਾ ਗਰ, ਲਾਜ ਸੰਗ ਸੰਗ ਬਸਰੀਆ। ਪੰਨਾ 1213। ਪਹਿਲੀ ਤੁਕ ਦੇ ਅਰਥ ਸਾਫ਼ ਹਨ ਕਿ ਅਕਾਲ ਪੁਰਖ ਕਦੇ ਵੀ ਭੁੱਲ ਨਹੀਂ ਕਰਦਾ। ਦੂਜੀ ਤੁਕ ਦਾ ਅਰਥ ਹੈ, ਹੇ ਪ੍ਰਭੂ, ਅਸੀਂ ਜੀਵ ਸਦਾ ਭੁੱਲਾਂ ਕਰਦੇ ਹਾਂ, ਤੂੰ ਸਦਾ ਅਭੁੱਲ ਹੈ। ਅਸੀਂ ਜੀਵ ਵਿਕਾਰਾਂ ਵਿੱਚ ਡਿੱਗੇ ਰਹਿੰਦੇ ਹਾਂ, ਤੂੰ ਵਿਕਾਰੀਆਂ ਪਤਤ ਨੂੰ ਬਚਾਉਣ ਵਾਲਾ ਉਧਰਿਆ ਹੈ। ਅਸੀਂ ਨੀਚ ਰੁੱਖ ਨੀਚ ਬਿਰਖ ਅਰਿੰਡ ਹਾਂ ਤੇ ਤੂੰ ਚੰਦਨ ਮੈਲਾਗਰ ਹੈ ਜੋ ਨਾਲ ਵਸਣ ਵਾਲਿਆਂ ਰੁੱਖਾਂ ਨੂੰ ਸੁਗੰਧਿਤ ਕਰ ਦਿੰਦਾ ਹੈ। ਭਾਵ ਉਸ ਦੀ ਲਾਜ ਵੀ ਰੱਖਦਾ ਹੈ, ਪਰ ਰਮਾਇਣ ਦੀ ਕਥਾ ਵਿੱਚ ਪ੍ਰਭੂ ਨੂੰ ਭੁੱਲਾਂ ਕਰਦਾ ਅਤੇ ਆਪਣੀ ਅਰਧ ਅੰਗਨੀ, ਆਪਣੀ ਸਾਥਣ ਦੁੱਖਾਂ ਸੁੱਖਾਂ ਦੀ ਭਾਈਵਾਲ, ਆਪਣੀ ਪਤੀ ਬ੍ਰਤਾ ਇਸਤਰੀ ਨੂੰ, ਜਿਸ ਦੀ ਇੱਜ਼ਤ ਦਾ ਰਾਖਾ ਬਣਿਆ ਸੀ, ਜਿਸ ਨੂੰ ਅਗਨੀ ਦੇਵਤਾ ਦੀ ਕਸਮ ਖਾ ਕੇ ਅਪਣਾਇਆ ਸੀ, ਉਸ ਦੀ ਭਿਆਨਕ ਕਸਮ ਦੀ ਦੁਰਦਸ਼ਾ ਕਰਾਈ ਦਰਸਾ ਕੇ ਕਿ ਬ੍ਰਾਹਮਣ ਨੇ ਈਸ਼ਵਰ ਦਾ ਮੌਜੂ ਨਹੀਂ ਉਡਾਇਆ। 11। ਤੁਲਸੀਦਾਸ ਨੇ ਰਾਮਚਰਿਤਮਾਨਸ ਵਿੱਚ ਲਿਖਿਆ ਹੈ ਕਿ ਸਰੂਪ ਨਖਾਂ ਦਾ ਨੱਕ ਵੱਢਣ ਮਗਰੋਂ ਜਦ ਰਾਵਣ ਦੇ ਭਰਾ ਖਰਦੂਖਣ ਨੂੰ ਉਹਨਾਂ ਦੀਆਂ ਫੌਜਾਂ ਸਮੇਤ ਮਾਰ ਦਿੱਤਾ, ਤਾਂ ਇੱਕ ਦਿਨ ਜਦ ਲਛਮਣ ਜੰਗਲ ਵਿੱਚੋਂ ਲੱਕੜਾਂ ਲੈਣ ਗਿਆ ਹੋਇਆ ਸੀ, ਤਾਂ ਰਾਮ ਜੀ ਨੇ ਸੀਤਾ ਜੀ ਨੂੰ ਕਿਹਾ, ਸੁਨੋ ਪ੍ਰੇਬ੍ਰਤ ਰੁਚਰ ਸੁਸ਼ੀਲਾ, ਮੈਂ ਕਛ ਕਰਬ ਲਲਤ ਨਰ ਲੀਲਾ, ਤੁਮ ਪਾਵਕ ਮੈਂ ਕਰੋ ਨਿਵਾਸਾ, ਜਉ ਲਗ ਕਰੋ ਨਿਸਾਚਰ ਨਾਸਾ, ਜਬੇ ਰਾਮ ਸਭ ਕਥਾ ਬਖਾਨੀ, ਪ੍ਰਭ ਪਦ ਧਰ ਜੈ ਅਨਲ ਸਮਾਨੀ, ਨਿਜ ਪ੍ਰਤ ਬ੍ਰਿੰਬ ਰਾਖ ਤਹਿ ਸੀਤਾ, ਤੈਸੈ ਸੀਲ ਰੂਪ ਸੁਭ ਨੀਤਾ। ਭਾਵ ਰਾਮ ਨੇ ਸੀਤਾ ਨੂੰ ਕਿਹਾ ਕਿ ਉਹ ਕੋਈ ਮਨੋਹਰ ਮਨੁੱਖ ਲੀਲਾ ਕਰਨੀ ਚਾਹੁੰਦੇ ਹਨ, ਇਸ ਲਈ ਜਦ ਤਾਈਂ ਦੈਂਤਾਂ ਦਾ ਨਾਸ਼ ਨਹੀਂ ਕਰ ਲੈਂਦੇ, ਤੂੰ ਅਗਨੀ ਵਿੱਚ ਪ੍ਰਵੇਸ਼ ਕਰ ਜਾ। ਪ੍ਰਭੂ ਨੇ ਇਹ ਬਚਨ ਕਹੇ ਤਾਂ ਸੀਤਾ ਜੀ ਰਾਮ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਗਨੀ ਵਿੱਚ ਪ੍ਰਵੇਸ਼ ਕਰ ਗਈ ਤੇ ਆਪਣਾ ਪਰਛਾਵਾਂ ਰੱਖ ਗਈ, ਜੋ ਸੀਤਾ ਵਰਗਾ ਹੀ ਸੀ। ਰਮਾਇਣ ਗਾਥਾ ਦੀ ਫਿਲਮ ਵਿੱਚ ਇਸ ਦ੍ਰਿਸ਼ ਨੂੰ ਦਿਖਾਉਣ ਤੋਂ ਪਹਿਲਾਂ ਰਾਮ ਜੀ ਲਛਮਣ ਨੂੰ ਕਹਿੰਦੇ ਹਨ ਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਰਾਵਣ ਨੇ ਸੀਤਾ ਨੂੰ ਲੈ ਜਾਣਾ ਹੈ, ਸੋ ਉਹਨਾਂ ਨੇ ਅਸਲੀ ਸੀਤਾ ਅਗਨੀ ਦੇਵਤੇ ਦੇ ਹਵਾਲੇ ਕਰ ਦਿੱਤੀ ਸੀ। ਉਸੇ ਤਰ੍ਹਾਂ ਅਗਨੀ ਦੇਵਤਾ ਪ੍ਰਗਟ ਹੁੰਦਾ ਅਤੇ ਅਸਲੀ ਸੀਤਾ ਨੂੰ ਲੈ ਜਾਂਦਾ ਹੈ ਅਤੇ ਪਰਛਾਵਾਂ ਰੂਪੀ ਸੀਤਾ ਨੂੰ ਛੱਡ ਜਾਂਦਾ ਹੈ। ਕਹਾਣੀ ਨੂੰ ਅਜਿਹਾ ਮੋੜ ਲੈਣ ਨਾਲ ਹਿਰਨ ਪਿੱਛੇ ਉੱਠ ਭੱਜਣ ਵਾਲੀ ਰਾਮਚੰਦਰ ਜੀ ਵੱਲੋਂ ਜਾਣ ਬੁੱਝ ਕੇ ਕੀਤੀ ਗਈ ਅਣਗਹਿਲੀ ਦੇ ਭੇਦ ਦੀ ਸਮਝ ਤਾਂ ਬੇਸ਼ੱਕ ਆ ਜਾਂਦੀ ਹੈ, ਪਰ ਲਖਾਰੀ ਵੱਲੋਂ ਸ੍ਰੀ ਰਾਮ ਜੀ ਅਥਵਾ ਸੀਤਾ ਜੀ ਪ੍ਰਤੀ
ਅਜਿਹੀ ਅੰਨੀ ਸ਼ਰਧਾ ਵਿਖਾਉਣ ਨਾਲ ਹੋਰ ਵੀ ਵੱਧ ਗੰਭੀਰ ਪ੍ਰਸ਼ਨ ਜਨਮ ਲੈ ਲੈਂਦੇ ਹਨ। ਊੜਾ ਲਛਮਣ ਨੂੰ ਸੀਤਾ ਜੀ ਨਾਲ ਆਪਣੀ ਸਕੀ ਮਾਤਾ ਨਾਲੋਂ ਵੱਧ ਸਨੇਹ ਹੋਣਾ ਵੀ ਦਰਸਾਇਆ ਗਿਆ ਹੈ। ਲਛਮਣ ਦੇ ਵਿਜੋਗ ਵਿੱਚ ਰਾਮ ਜੀ ਪ੍ਰਾਣ ਤਿਆਗਣ ਨੂੰ ਤਿਆਰ ਹੋ ਪਏ ਵੀ ਦਰਸਾਏ ਗਏ ਸਨ। ਫਿਰ ਜਾਨ ਤੋਂ ਪਿਆਰੇ ਅਤੇ ਵਫਾ ਦੇ ਪੁਤਲੇ ਲਛਮਣ ਨੂੰ ਉਸ ਦੀ ਮਾਂ ਸੀਤਾ ਦੇ ਉਧਾਲੇ ਜਾਣ ਦੀ ਸ਼ਰਮ ਅਤੇ ਸੀਤਾ ਜੀ ਤੇ ਪਈਆਂ ਮੁਸੀਬਤਾਂ ਦੇ ਅਨੁਭਵ ਦੀ ਭੀੜ ਵਿੱਚ ਸਾਰਾ ਸਾਲ ਲੁੱਚਦੇ ਰੱਖਣ ਵਿੱਚ ਆਰਾਮ ਭਗਵਾਨ ਨੇ ਕਿਹੋ ਜਿਹੀ ਮਰਜ਼ਾਦਾ ਚਲਾਈ ਸੀ ਕਿ ਬ੍ਰਾਹਮਣ ਨੇ ਆਪਣੇ ਆਚਰਣ ਦੀ ਕੁਟਲਤਾ ਅਤੇ ਕਠੋਰਤਾ ਵਾਲੇ ਇੱਕ ਹੋਰ ਗੰਭੀਰ ਪੱਖ ਤੇ ਰੱਬੀ ਮੋਹਰ ਨਹੀਂ ਲਵਾ ਲਈ। ਐੜਾ ਸੀਤਾ ਜੀ ਦੀ ਭਾਲ ਵਿੱਚ ਵਿਰਲਾਪ ਕਰਦੇ ਪਸ਼ੂਆਂ ਪੰਛੀਆਂ ਦਰਖਤਾਂ ਕੋਲੋਂ ਪੁੱਛਦੇ ਹੋਏ ਸੀਤਾ ਦੇ ਵਿਛੋੜੇ ਵਿੱਚ ਦੁਖੀ ਹੁੰਦੇ ਦਰਸਾਉਣਾ ਰਾਮ ਜੀ ਨੂੰ ਘਟੀਆ ਕਿਸਮ ਦਾ ਝੂਠਾ ਅਤੇ ਡਰਾਮੇਬਾਜ਼ ਸਿੱਧ ਕਰਨ ਵਾਲੀ ਕਰਤੂਤ ਹੈ। ਰੱਬ ਰਾਮ ਜੀ ਨੂੰ ਇੱਕ ਪਾਸੇ ਮਰਜ਼ਾਦਾ ਪੁਰਸ਼ੋਤਮ ਕਿਹਾ ਜਾ ਰਿਹਾ ਹੈ ਅਤੇ ਨਾਲ ਹੀ ਉਹਨਾਂ ਦੀ ਪਾਵਨ ਹਸਤੀ ਨਾਲ ਏਡਾ ਭੈੜਾ ਡਰਾਮਾ ਅਥਵਾ ਸੁੱਧਾ ਝੂਠ ਜੋੜਨਾ ਕਿਸ ਕਿਸਮ ਦੀ ਮਰਜ਼ਾਦਾ ਦੇ ਚਾਲੂ ਕਰਨ ਦਾ ਯਤਨ ਸੀ। ਹਨੂਮਾਨ ਸੁਗਰੀਵ ਅਥਵਾ ਸਾਰੀ ਸੈਨਾ ਦੇ ਸਾਹਮਣੇ ਸੀਤਾ ਜੀ ਦੇ ਵਿਛੋੜੇ ਦੀ ਪੀੜ ਨਾਲ ਰੋਣਾ, ਸੀਤਾ ਜੀ ਵੱਲੋਂ ਕੀਤੀ ਸੇਵਾ ਅਤੇ ਪਤੀ ਪ੍ਰਤੀ ਸੱਚੇ ਪਿਆਰ ਨੂੰ ਯਾਦ ਕਰਕੇ ਹਟਕੋਰੇ ਭਰਨੇ, ਵਿਛੋੜੇ ਦੇ ਸੱਲ ਨਾਲ ਅਧੀਰ ਦਿਸਣਾ, ਅਜਿਹਾ ਝੂਠਾ ਡਰਾਮਾ ਕਰਦਿਆਂ ਸਧਾਰਨ ਮਨੁੱਖ ਵੀ ਲਾਜ ਨਾਲ ਮਰ ਜਾਂਦਾ ਹੈ। ਪਰ ਰਾਮ ਜੀ ਨੂੰ ਕਿਸੇ ਪ੍ਰਕਾਰ ਦੀ ਅਜਿਹੀ ਸੰਗ ਤੋਂ ਅਭਿੱਜ ਦਿਖਾਇਆ ਹੈ। ਅਜਿਹਾ ਕੁਝ ਕਰਕੇ ਰਾਮ ਜੀ ਨੇ ਮਨੁੱਖ ਨੂੰ ਕਿਸ ਪ੍ਰਕਾਰ ਦੀ ਸਿੱਖਿਆ ਦਿੱਤੀ। ਸਾਫ਼ ਸਿੱਧ ਹੈ ਕਿ ਸਿਰਫ ਬ੍ਰਾਹਮਣੀ ਕੁਟਲ ਨੀਤੀ ਨੂੰ ਧਰਮ ਦਾ ਅੰਗ ਬਣਾਇਆ ਜਾ ਰਿਹਾ ਸੀ, ਅਰਥਾਤ ਬ੍ਰਾਹਮਣ ਵੱਲੋਂ ਖੁੱਲ੍ਹਾ ਐਲਾਨ ਸੀ ਕਿ ਅਜਿਹੇ ਡਰਾਮੇਬਾਜ਼ ਇਸ਼ਟ ਦੇ ਭਗਤਾਂ ਤੇ ਕਿਸੇ ਹਾਲਤ ਵਿੱਚ ਵੀ ਭਰੋਸਾ ਨਾ ਕੀਤਾ ਜਾਵੇ ਅਤੇ ਹੁਣ ਬਚਨ ਕਰਕੇ ਖਿਸਕ ਜਾਣ ਦੀ ਮਰਜ਼ਾਦਾ। ਨੰਬਰ 12 ਸੀਤਾ ਜੀ ਦੇ ਵਿਜੋਗ ਵਿੱਚ ਵਿਰਲਾਪ ਕਰਨ ਦਾ ਅਥਵਾ ਉਸ ਦੁਖਿਆਰੀ ਦੀ ਭਾਲ ਕਰਨ ਦਾ ਡਰਾਮਾ ਬੜੀ ਯੋਗਤਾ ਨਾਲ ਨਿਭਾਉਂਦੇ ਹੋਏ ਰਾਮ ਜੀ ਆਪਣੇ ਪਿਤਾ ਦਸ਼ਰਥ ਦੇ ਮਿੱਤਰ ਗਿੱਧਰਾਜ ਜਟਾਊ ਕੋਲ ਪੁੱਜਦੇ ਹਨ। ਜਟਾਊ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਰਕੇ ਮਰਨ ਕਿਨਾਰੇ ਪੁੱਜਾ ਹੋਇਆ ਸੀ। ਅਗਲੀ ਦੁਨੀਆ ਦੇ ਪਾਂਧੀ ਗਿੱਧਰਾਜ ਨੂੰ ਰਾਮ ਜੀ ਪ੍ਰਾਰਥਨਾ ਕਰਦੇ ਹਨ ਕਿ ਜਦ ਉਹ ਪਰਲੋਕ ਵਿੱਚ ਉਹਨਾਂ ਦੇ ਪਿਤਾ ਦਸ਼ਰਥ ਨੂੰ ਮਿਲੇ ਤਾਂ ਉਹਨਾਂ ਨੂੰ ਸੀਤਾ ਹਰਨ ਦਾ ਬਿਰਤਾਂਤ ਬਿਲਕੁਲ ਨਾ ਦੱਸੇ ਅਤੇ ਉਂਗਲ ਉਤਾਂਹ ਨੂੰ ਖੜੀ ਕਰਕੇ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਇਹ ਪ੍ਰਤਿਗਿਆ ਕਰਦੇ ਹਨ ਕਿ ਜੇ ਮੈਂ ਉਹਨਾਂ ਦਾ ਪੁੱਤਰ ਰਾਮ ਹਾਂ ਤਾਂ ਰਾਵਣ ਆਪਣੇ ਸਾਰੇ ਕੁਟੁੰਬ ਸਮੇਤ ਛੇਤੀ ਹੀ ਉਹਨਾਂ ਦੇ ਚਰਨਾਂ ਵਿੱਚ ਪੁੱਜ ਕੇ ਇਹ ਕਹਾਣੀ ਆਪਣੇ ਮੂੰਹੋਂ ਆਪ ਸੁਣਾਵੇਗਾ। ਪਰ ਜਦ ਲੰਕਾ ਪੁੱਜ ਕੇ ਰਾਮ ਦੀਆਂ ਫੌਜਾਂ ਯੁੱਧ ਕਰਨ ਲਈ ਤਿਆਰ ਸਨ ਤਾਂ ਰਾਮ ਕਹਿੰਦਾ ਹੈ ਕਿ ਉਸ ਦਾ ਦਿਲ ਚਾਹੁੰਦਾ ਹੈ ਕਿ ਦੂਤ ਭੇਜ ਕੇ ਰਾਵਣ ਨੂੰ ਕਿਹਾ ਜਾਵੇ ਕਿ ਜੇ ਉਹ ਸੀਤਾ ਮੋੜ ਦੇਵੇ ਤਾਂ ਉਹ ਉਸ ਨੂੰ ਮਾਫੀ ਦੇ ਕੇ ਵਾਪਸ ਮੁੜਨ ਨੂੰ ਤਿਆਰ ਹੈ। ਸਖਤ ਇਤਰਾਜ਼ ਵਾਲੀ ਪਹਿਲੀ ਗੱਲ ਤਾਂ ਇਹ ਹੈ ਕਿ ਰਾਵਣ ਦੇ ਇਸ ਨੀਚ ਕਾਰਜ ਦੀ ਸਖਤ ਵਿਰੋਧਤਾ ਕਰੀ ਆ ਰਹੇ ਉਸ ਦੇ ਪਰਿਵਾਰ ਦਾ ਕੀ ਦੋਸ਼ ਸੀ ਜੋ ਰਾਮ ਚੰਦਰ ਜੀ ਨੇ ਕੁਟੰਬ ਸਮੇਤ ਰਾਵਣ ਨੂੰ ਪਰਲੋਕ ਭੇਜ ਦੇਣ ਦੀ ਪ੍ਰਤਿਗਿਆ ਕਰ ਲਈ ਸੀ। ਕੀ ਇਹ ਸਿਰਜਣਹਾਰ ਭਗਵਾਨ ਦਾ ਕਿਰਦਾਰ ਹੈ? ਸੱਚੇ ਸੂਰਬੀਰ ਦੀ ਇਹੋ ਨਿਸ਼ਾਨੀ ਹੈ ਕਿ ਬੇਗੁਨਾਹਾਂ ਦੀ ਮੌਤ ਕਰ ਦੇਣ ਵਾਲੀ ਅਜਿਹੀ ਹਰ ਜੰਗ ਨੂੰ ਰੋਕਣ ਦਾ ਪੂਰਾ ਯਤਨ ਕਰੇ। ਪਰ ਭਗਵਾਨ ਰਾਮ ਜੀ ਜੋ ਧਰਤੀ ਤੇ ਆਏ ਹੀ ਰਾਵਣ ਦਾ ਨਾਸ਼ ਕਰਨ ਲਈ ਸਨ, ਜਿਨ੍ਹਾਂ ਨੇ ਸੀਤਾ ਦਾ ਹਰਨ ਜਾਣ ਬੁੱਝ ਕੇ ਕਰਵਾਇਆ ਹੀ ਰਾਵਣ ਦੇ ਘਰ ਤਾਈਂ ਪੁੱਜਣ ਲਈ ਸੀ। ਜਿਸ ਪ੍ਰਭੂ ਰਾਮ ਜੀ ਨੇ ਕੁਝ ਦਿਨ ਪਹਿਲਾਂ ਹੀ ਜਟਾਊ ਕੋਲ ਰਾਵਣ ਨੂੰ ਕੁਟੁੰਬ ਸਮੇਤ ਮਾਰ ਦੇਣ ਦਾ ਬਚਨ ਕੀਤਾ ਸੀ, ਉਸ ਰਾਮ ਦੇ ਇਸ ਸਾਰੇ ਕਿਰਦਾਰ ਨੂੰ ਮੁੱਖ ਰੱਖ ਕੇ ਸੋਚਣ ਤੇ ਮਜਬੂਰ ਹੋਈਦਾ ਹੈ ਕਿ ਇਹਨਾਂ ਭਗਵਾਨਾਂ ਦੀ ਕਿਹੜੀ ਗੱਲ ਸੱਚੀ ਅਤੇ ਅਟਲ ਸਮਝੀ ਜਾਵੇ ਕਿ ਖੀਰ ਸਮੁੰਦਰ ਵਾਲਾ ਸਾਰਾ ਡਰਾਮਾ ਨਿਰਾ ਧੋਖਾ ਹੀ ਸੀ ਕਿ ਜਟਾਊ ਦੇ ਕੋਲ ਜੋ ਬਚਨ ਕੀਤੇ ਸਨ ਉਹ ਬਿਨਾਂ ਸੋਚੇ ਸਮਝੇ ਹੀ ਮਾਰੀ ਇੱਕ ਫੜ ਸੀ ਕਿ ਜਟਾਊ ਰਾਹੀਂ ਆਪਣੇ ਪਿਤਾ ਕੋਲ ਭੇਜੇ ਜਾਣ ਵਾਲੇ ਸੁਨੇਹੇ ਦਾ ਇਹੋ ਅੰਤ ਹੋਣਾ ਸੀ ਕਿ ਉਹ ਬਚਨ ਇੱਕ ਹੋਸ਼ੇ ਅਤੇ ਅਹੰਕਾਰੀ ਮਨੁੱਖ ਦੇ ਮੂੰਹੋਂ ਨਿਕਲੇ ਨਹੀਂ ਹੋ ਦਿਸਦੇ।
ਇਹ ਵੱਖਰੀ ਗੱਲ ਹੈ ਕਿ ਰਾਵਣ ਆਪਣੀ ਜਿੱਦ ਤੇ ਅੜਿਆ ਰਿਹਾ ਅਤੇ ਆਪਣਾ ਨਾਸ਼ ਕਰਾ ਬੈਠਾ। ਜੇ ਉਹ ਡਰਪੋਕ ਸਿੱਧ ਹੋ ਕੇ ਸੀਤਾ ਮੋੜ ਦਿੰਦਾ ਤਾਂ ਪਿਛਲੇ ਵਾਪਰੇ ਸਭ ਕੁਝ ਦਾ ਅਰਥ ਕੀ ਰਹਿ ਜਾਂਦਾ। ਸਿੱਧ ਹੁੰਦਾ ਹੈ ਕਿ ਰਮਾਇਣ ਦੀ ਗਾਥਾ ਹੈ ਹੀ ਬ੍ਰਾਹਮਣ ਦੇ ਆਪਣੇ ਆਚਰਣ ਦੀ ਕਹਾਣੀ, ਉਸ ਦੀ ਆਪਣੀ ਜ਼ਬਾਨੀ। 13 ਵੈਰੀ ਦਾ ਭਰਾ ਭਬੀਖਣ ਸਮੁੰਦਰੋਂ ਪਾਰ ਹੀ ਰਾਮ ਜੀ ਨੂੰ ਜਾ ਮਿਲਦਾ ਹੈ। ਨਿਸ਼ਕਪਟ ਹਿਰਦੇ ਵਾਲਾ ਸੰਤ ਸੂਰਮਾ ਜਿਹੜਾ ਮਨੁੱਖਤਾ ਦਾ ਆਚਰਣ ਉੱਚਾ ਕਰਨ ਆਇਆ ਹੋਵੇ, ਉਸ ਰਾਮ ਰੱਬ ਜੀ ਕੋਲੋਂ ਆਸ ਤਾਂ ਇਹ ਸੀ ਕਿ ਉਹ ਭਬੀਖਣ ਨੂੰ ਪਹਿਲਾਂ ਆਪਣੇ ਦੇਸ਼ ਆਪਣੇ ਰਾਜੇ ਭਰਾ ਦਾ ਵਫਾਦਾਰ ਰਹਿਣ ਦਾ ਉਪਦੇਸ਼ ਦਿੰਦੇ ਅਤੇ ਫਿਰ ਉਸ ਨੂੰ ਦੁਬਾਰਾ ਵਿਚਾਰ ਕਰਨ ਦਾ ਸਮਾਂ ਦਿੰਦੇ। ਜੇ ਭਬੀਖਣ ਫਿਰ ਵੀ ਆਪਣੇ ਫੈਸਲੇ ਤੇ ਅਟਲ ਰਹਿੰਦਾ ਤਾਂ ਰਾਮ ਜੀ ਆਪਣੇ ਸਾਥੀਆਂ ਨਾਲ ਖੁੱਲ੍ਹੀ ਵਿਚਾਰ ਕਰ ਲੈਣ ਉਪਰੰਤ ਉਸ ਨੂੰ ਆਪਣੀ ਸ਼ਰਨ ਵਿੱਚ ਆਸਰਾ ਦਿੰਦੇ। ਪਰ ਉਸ ਸਮੇਂ ਦੇ ਵਤੀਰੇ ਤੋਂ ਅਨੁਭਵ ਇਹ ਹੁੰਦਾ ਹੈ ਕਿ ਰਾਮ ਜੀ ਦੇ ਮਨ ਵਿੱਚ ਸਵਾਰਥ ਸਿੱਧੀ ਦੀ ਲਾਲਸਾ ਅਤੇ ਰਾਵਣ ਦੇ ਅਜਿੱਤ ਹੋਣ ਦਾ ਭੈ ਬੜਾ ਪ੍ਰਬਲ ਸੀ। ਸ਼ਕਤੀਸ਼ਾਲੀ ਦੁਸ਼ਮਣ ਦੇ ਘਰ ਦੇ ਭੇਤੀ ਰਾਵਣ ਦੇ ਸਕੇ ਭਰਾ ਗਦਾਰ ਭਬੀਖਣ ਨੂੰ ਆਪਣੇ ਨਾਲ ਆ ਮਿਲਿਆ ਵੇਖ ਕੇ ਰਾਮ ਜੀ ਖੁਸ਼ੀ ਨਾਲ ਇੰਨਾ ਉਖੜੇ ਹੋਏ ਦਰਸਾਏ ਗਏ ਹਨ। ਬਿਨਾਂ ਆਪਣੇ ਸਾਥੀਆਂ ਨਾਲ ਕਿਸੇ ਲੰਬੀ ਵਿਚਾਰ ਕੀਤਿਆਂ ਝਟਪਟ ਉਸ ਨੂੰ ਲੰਕਾ ਦਾ ਰਾਜਾ ਘੋਸ਼ਿਤ ਕਰਕੇ ਉਸੇ ਵੇਲੇ ਹੀ ਉਸ ਦਾ ਰਾਜ ਤਿਲਕ ਕਰ ਦਿੰਦੇ ਹਨ ਅਤੇ ਫਿਰ ਭਰੇ ਦਰਬਾਰ ਵਿੱਚ ਇਹ ਘੋਸ਼ਣਾ ਵੀ ਨਾਲ ਹੀ ਕਰ ਦਿੰਦੇ ਹਨ ਕਿ ਭਬੀਖਣ ਨੂੰ ਲੰਕਾ ਦਾ ਰਾਜਾ ਬਣਾਉਣ ਵਿੱਚ ਜੇ ਪ੍ਰਾਣ ਵੀ ਵਾਰਨੇ ਪਏ ਤਦ ਵੀ ਸੰਕੋਚ ਨਹੀਂ ਕਰਾਂਗਾ। ਅਤੇ ਇਹ ਬਚਨ ਬੜੀ ਦ੍ਰਿੜਤਾ ਅਤੇ ਸਵੈਮਾਨ ਭਰਪੂਰ ਆਵਾਜ਼ ਵਿੱਚ ਬੋਲੇ। ਰਘੁਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਏ। ਭਾਵ ਕਿ ਸਾਡੀ ਕੁਲ ਦੇ ਰਘੁਵੰਸ਼ੀਆਂ ਦੀ ਜਾਨ ਬੇਸ਼ੱਕ ਚਲੀ ਜਾਵੇ ਪਰ ਬਚਨ ਤੋਂ ਕਦੇ ਨਹੀਂ ਫਿਰਦੇ। ਪਰ ਜਦੋਂ ਜੰਗ ਵਿੱਚ ਬਰਛੀ ਲੱਗਣ ਨਾਲ ਲਛਮਣ ਬੇਹੋਸ਼ ਹੋ ਗਿਆ ਤਾਂ ਰਾਮ ਜੀ ਇੰਨਾ ਅਧੀਰ ਹੋ ਕੇ ਵਿਲਕਦੇ ਫਿਲਮਾਏ ਗਏ ਹਨ ਕਿ ਉਹਨਾਂ ਦੀ ਹਾਲਤ ਇੱਕ ਰੋਂਦੂ ਬੱਚੇ ਜਿਹੀ ਹੋ ਦਿਸਦੀ ਹੈ। ਬਾਰ-ਬਾਰ ਇਹੀ ਕਹੀ ਜਾਂਦੇ ਹਨ ਕਿ ਹੁਣ ਲੜਾਈ ਕਿਸ ਲਈ ਕਰਨੀ ਹੈ। ਲਛਮਣ ਦੇ ਨਾਲ ਹੀ ਪ੍ਰਾਣ ਤਿਆਗਣ ਦੀਆਂ ਗੱਲਾਂ ਕਰੀ ਜਾਂਦੇ ਹਨ। ਜਿਹੜੇ ਲੋਕ ਰਾਮ ਦੀ ਸਹਾਇਤਾ ਵਿੱਚ ਆਪਣੀਆਂ ਜਾਨਾਂ ਵਾਰਨ ਲਈ ਨਾਲ ਆਏ ਸਨ ਅਤੇ ਸ਼ਕਤੀਸ਼ਾਲੀ ਜ਼ਾਲਮ ਰਾਜੇ ਦੇ ਸਾਰੇ ਪੁੱਤਰ ਮਾਰ ਕੇ ਉਸ ਨੂੰ ਆਪਣਾ ਨਿੱਜੀ ਦੁਸ਼ਮਣ ਬਣਾ ਬੈਠੇ ਸਨ, ਉਹਨਾਂ ਕੁਰਬਾਨੀਆਂ ਦੇ ਪੁਤਲਿਆਂ ਨੂੰ ਸਮੁੰਦਰ ਤੋਂ ਪਾਰ ਵੈਰੀ ਦੇਸ਼ ਵਿੱਚ ਲਾਵਾਰਸ ਛੱਡ ਜਾਣ ਲਈ ਤਿਆਰ ਹੋ ਬੈਠੇ ਦਰਸਾਉਣੇ ਕਿਹੜੀ ਉੱਚੀ ਮਰਜ਼ਾਦਾ ਦੇ ਚਾਲੂ ਕਰਨ ਦਾ ਯਤਨ ਸੀ ਕਿ ਇਸ ਤਰ੍ਹਾਂ ਕਰਕੇ ਰੱਬੀ ਗੁਣਾਂ ਵਾਲੇ ਅਵਤਾਰੀ ਪੁਰਖ ਨਾਲ ਘਟੀਆ ਕਿਸਮ ਦਾ ਮਖੌਲ ਨਹੀਂ ਕੀਤਾ ਗਿਆ। ਰਾਜ ਭਾਗ ਮਿਲ ਜਾਣ ਵਾਲੀ ਆਸ ਭਬੀਖਣ ਨੂੰ ਵੀ ਜਾਂਦੀ ਦਿਸੀ। ਉਹ ਰਾਮ ਜੀ ਨੂੰ ਕਹਿੰਦਾ, ਹੇ ਪ੍ਰਭੂ, ਜੇ ਤੂੰ ਹੀ ਹੌਸਲਾ ਤਿਆਗ ਦਿੱਤਾ ਤਾਂ ਸਾਡਾ ਕੀ ਬਣੇਗਾ। ਉੱਚਾ ਆਚਰਣ ਅਤੇ ਸੱਚੀ ਸੂਰਬੀਰਤਾ ਤਾਂ ਰਾਮ ਜੀ ਦੇ ਮੂੰਹੋਂ ਇਹ ਸੁਣਨਾ ਚਾਹੁੰਦੀ ਸੀ ਕਿ ਹੇ ਮਹਾਰਾਜ ਭਬੀਖਣ, ਭਾਵੇਂ ਕੁਝ ਵੀ ਹੋ ਜਾਵੇ, ਤੈਨੂੰ ਲੰਕਾ ਦੇ ਤਖਤ ਦਾ ਮਾਲਕ ਬਣਾਉਣਾ ਅਤੇ ਆਪਣੇ ਨਾਲ ਲਿਆਂਦੀ ਸੂਰਬੀਰਾਂ ਦੀ ਇਸ ਲਾਡਲੀ ਫੌਜ ਨੂੰ ਸਹੀ ਸਲਾਮਤ ਅਤੇ ਇੱਜ਼ਤ ਮਾਣ ਨਾਲ ਵਾਪਸ ਘਰ ਪਹੁੰਚਾਉਣਾ ਮੇਰਾ ਪਰਮ ਧਰਮ ਹੈ। ਪਰ ਬ੍ਰਾਹਮਣ ਦੀ ਕਲਮ ਦੇ ਕਾਬੂ ਆਏ ਪ੍ਰਭੂ ਰਾਮ ਦੇ ਫਿਲਮਾਏ ਗਏ ਬਚਨ ਇਹ ਹਨ, महाराज भबीखण, मुझे खेद है, मैंने बड़े गर्व से आपको लंका का राजा बनाने का वचन दिया था, परंतु मेरा वो वचन अब झूठा हो जाएगा। अगों भबीखण घाबर के अजे इना ही कहता है अयोध्यानाथ, पर प्रभु राम झट ही हाँ भबीखण जी कह के गल मुका देंदे हैं। प्रभु राम की शख्सियत दे नाल बचन करके खिसक जाण दी, ਝੂਠੀਆਂ ਗੱਪਾਂ ਮਾਰਨ ਦੀ ਅਕਿਰਤ ਘਣਤਾ ਅਤੇ ਵਿਸ਼ਵਾਸਘਾਤ ਕਰਨ ਦੀ ਗੱਲ ਕਿਸ ਖਿਆਲ ਨਾਲ ਜੋੜੀ ਗਈ। ਲਿਖਾਰੀ ਦੇ ਆਪਣੇ ਆਚਰਨ ਦਾ ਗੰਧ ਉਬਾਲੇ ਮਾਰ-ਮਾਰ ਬਾਹਰ ਆ ਰਿਹਾ ਹੈ। ਵਿਪਰ ਇੰਨਾ ਦਲੇਰ ਹੋ ਚੁੱਕਾ ਸੀ ਕਿ ਸਾਰੇ ਅਨਰਥ ਨੂੰ ਰੱਬੀ ਹੁਕਮ ਬਣਾ ਕੇ ਹਿੰਦੂ ਧਰਮ ਦਾ ਹਿੱਸਾ ਬਣਾਈ ਜਾ ਰਿਹਾ ਸੀ ਅਤੇ ਲੋਕਾਂ ਨੂੰ ਸੁਚੇਤ ਕਰ ਰਿਹਾ ਸੀ ਕਿ ਰਾਮ ਜੀ ਦੇ ਇਹਨਾਂ ਭਗਤਾਂ ਨਾਲ ਪਾਇਆ ਜਰਾਨਾ ਮਹਿੰਗਾ ਪਵੇਗਾ, ਅਥਵਾ ਝੂਠੇ ਅਤੇ ਕਹਿ ਕੇ ਮੁੱਕਰ ਜਾਣ ਵਾਲੇ ਰਾਮ ਜੀ ਦੇ ਇਹਨਾਂ ਭਗਤਾਂ ਤੇ ਭਰੋਸਾ ਕਰਨਾ ਆਤਮ ਹੱਤਿਆ ਕਰ ਲੈਣ ਦੇ
ਹਾਲਾਤ ਪੈਦਾ ਕਰਨ ਵਾਲੀ ਗੰਭੀਰ ਭੁੱਲ ਹੋਵੇਗੀ। ਜੰਗ ਦੇ ਮੈਦਾਨ ਵਿੱਚ ਭਗਵਾਨ ਰਾਮ ਜੀ ਦੇ ਦਰਸ਼ਨ। 14 ਇਤਿਹਾਸ ਵਿੱਚ ਬੇਅੰਤ ਮਿਸਾਲਾਂ ਹਨ ਜਿੱਥੇ ਇਸ ਤੋਂ ਕਈ ਗੁਣਾ ਵੱਧ ਭੈੜੀ ਅਤੇ ਖਤਰਨਾਕ ਹਾਲਤ ਵਿੱਚ ਵੀ ਚੰਗੇ ਲੀਡਰ ਨੇ ਆਪਣੀ ਫੌਜ ਨੂੰ ਆਪਣੇ ਅੰਦਰ ਦੇ ਕਿਸੇ ਤੌਖਲੇ ਦਾ ਅਨੁਭਵ ਨਹੀਂ ਹੋਣ ਦਿੱਤਾ ਅਤੇ ਸਗੋਂ ਦੂਣੀ ਚੌਣੀ ਚੜ੍ਹਦੀ ਕਲਾ ਵਿੱਚ ਵਿਚਰਿਆ। ਸ੍ਰੀ ਅਨੰਦਪੁਰ ਦੇ ਕਿਲੇ ਨੂੰ ਛੱਡਣ ਤੋਂ ਲੈ ਕੇ ਦਸ਼ਮੇਸ਼ ਜੀ ਦੇ ਮਾਛੀਵਾੜੇ ਪੁੱਜਣ ਦਾ ਇਤਿਹਾਸ ਯਾਦ ਕਰਕੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਭਗਵਾਨ ਰਾਮ ਜੀ ਦਾ ਭਰਾ ਤਾਂ ਅਜੇ ਬੇਹੋਸ਼ ਹੀ ਹੋਇਆ ਸੀ, ਪਰ ਭਗਵਾਨ ਜੀ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਗਈ ਅਤੇ ਸਭ ਕੁਝ ਛੱਡ ਛਡਾ ਕੇ ਲਛਮਣ ਦੇ ਨਾਲ ਹੀ ਮਰਨ ਨੂੰ ਤਿਆਰ ਹੋ ਪਏ ਸਨ। ਇੱਧਰ ਗੁਰਦੇਵ ਜੀ ਦਾ ਤਾਂ ਸਾਰਾ ਹੀ ਪਰਿਵਾਰ ਵਿਛੜ ਗਿਆ ਸੀ। 2 ਜਿਗਰ ਦੇ ਟੁਕੜਿਆਂ ਦੀਆਂ ਲਾਸ਼ਾਂ ਸਾਹਮਣੇ ਪਈਆਂ ਸਨ। ਫੌਜ ਸਾਰੀ ਦੀ ਸਾਰੀ ਖਤਮ ਹੋ ਚੁੱਕੀ ਸੀ। ਕਈ ਮੀਲਾਂ ਵਿੱਚ ਵੈਰੀ ਦਲ ਦਾ ਸਖਤ ਘੇਰਾ ਸੀ। ਫਿਰ ਵੀ ਚੜ੍ਹਦੀ ਕਲਾ ਵਿੱਚ ਕੋਈ ਫਰਕ ਨਹੀਂ ਸੀ ਆਇਆ। ਹਾਲਾਂਕਿ ਉਹ ਭਗਵਾਨ ਨਹੀਂ ਸਨ, ਸਗੋਂ ਉਸ ਪਰਮ ਸ਼ਕਤੀ ਦੇ ਦਾਸ ਸਨ। ਹੋਰ ਗੰਭੀਰ ਵਿਸ਼ੇ ਛੱਡ ਕੇ ਸਿਰਫ ਜੰਗ ਦੇ ਮੈਦਾਨ ਵਿੱਚ ਝਾਤੀ ਮਾਰੀਏ ਤਾਂ ਰੱਬ ਰਾਮ ਨਾਲੋਂ ਪਾਪੀ ਰਾਵਣ ਸੂਰਮਤਾਈ ਦੇ ਗੁਣਾਂ ਦੇ ਬਹੁਤਾ ਨੇੜੇ ਖਲੋਂਦਾ ਦਿਸਦਾ ਹੈ। ਰਾਵਣ ਦੇ ਸਾਰੇ ਭਰਾ ਅਤੇ ਪੁੱਤਰ ਮਾਰੇ ਜਾਂਦੇ ਹਨ। ਆਪਣੀ ਮੌਤ ਸਾਹਮਣੇ ਖੜੀ ਦਿਸਦੀ ਹੈ, ਪਰ ਉਸ ਦੀ ਚੜ੍ਹਤ ਵਿੱਚ ਅਤੇ ਸ਼ਾਹੀ ਠਾਠ ਵਿੱਚ ਜਰਾ ਫਰਕ ਨਹੀਂ ਆਇਆ। ਇੱਧਰ ਭਗਵਾਨ ਦਾ ਭਰਾ ਲਛਮਣ ਮਰਿਆ ਨਹੀਂ, ਸਿਰਫ ਬੇਹੋਸ਼ ਹੀ ਹੋ ਜਾਂਦਾ ਹੈ ਤਾਂ ਉਸ ਦੇ ਮੂੰਹ ਵਿੱਚ ਰਾਮ ਜੀ ਬੁੱਲੀਆਂ ਕੱਢ ਕੇ ਰੋਂਦੇ ਹਨ, ਵਿਲਕਦੇ ਅਤੇ ਵਿਰਲਾਪ ਕਰਦੇ ਨਜ਼ਰੀ ਆ ਰਹੇ ਹਨ। ਸਭ ਕੁਝ ਛੱਡ ਛਡਾ ਕੇ ਆਤਮ ਹੱਤਿਆ ਕਰ ਲੈਣ ਨੂੰ ਤਿਆਰ ਬੈਠੇ ਦਿਸਦੇ ਹਨ। ਰਾਵਣ ਦੀ ਮਾਤਾ ਅਤੇ ਇਸਤਰੀ ਦੇ ਸਮੇਤ ਪਰਿਵਾਰ ਦੇ ਸਾਰੇ ਜੀ ਉਸ ਦਾ ਮਨੋਬਲ ਗਿਰਾ ਰਹੇ ਹਨ। ਉਸ ਨੂੰ ਆਪਣਾ ਸਾਥੀ ਇੱਕ ਵੀ ਨਜ਼ਰ ਨਹੀਂ ਆ ਰਿਹਾ। ਸਕਾ ਭਰਾ ਦੁਸ਼ਮਣ ਨਾਲ ਮਿਲ ਕੇ ਉਸ ਦੇ ਪੁੱਤਰਾਂ ਦੀ ਮੌਤ ਅਤੇ ਰਾਵਣ ਦੀ ਮੌਤ ਹੋ ਸਕਣ ਦੇ ਭੇਦ ਅਥਵਾ ਸਰਬਨਾਸ਼ ਕਰ ਸਕਣ ਦੇ ਖੁਫੀਆ ਭੇਦ ਰਾਮ ਜੀ ਨੂੰ ਦੱਸ ਰਿਹਾ ਹੈ। ਰਾਵਣ ਫਿਰ ਵੀ ਅਜਿੱਤ ਅਤੇ ਨਿਰਭੈ ਦਿਸਦਾ ਹੈ। ਇੱਧਰ ਰਾਮ ਜੀ ਦੀ ਸਹਾਇਤਾ ਲਈ ਉਸ ਦੇ ਇਸ਼ਟ ਦੇਵ ਸ਼ਿਵ ਜੀ ਹਨੂਮਾਨ ਦੇ ਰੂਪ ਵਿੱਚ ਆਪ ਆ ਕੇ ਜੰਗ ਦੇ ਮੈਦਾਨ ਵਿੱਚ ਜੂਝ ਹੀ ਨਹੀਂ ਰਹੇ, ਸਗੋਂ ਰਾਮ ਜੀ ਦਾ ਮਨੋਬਲ ਬਣਾਈ ਰੱਖਣ ਲਈ ਲਛਮਣ ਨੂੰ ਤੰਦਰੁਸਤ ਕਰਨ ਵਾਸਤੇ ਹਿਮਾਲਿਆ ਪਹਾੜ ਦਾ ਇੱਕ ਹਿੱਸਾ ਹੀ ਚੁੱਕ ਲਿਆਉਂਦੇ ਹਨ। ਰਾਮ ਜੀ ਨੇ ਰਾਵਣ ਦੇ ਘਰ ਦਾ ਭੇਤੀ ਕਾਬੂ ਕੀਤਾ ਹੋਇਆ ਹੈ ਅਤੇ ਅਸਮਾਨੀ ਦੇਵੀ ਦੇਵਤੇ ਕਰਾਮਾਤੀ ਰਿਸ਼ੀ ਮੁਨੀ ਰਾਮ ਜੀ ਨੂੰ ਸ਼ਕਤੀਸ਼ਾਲੀ ਅਤੇ ਭਿਆਨਕ ਤਬਾਹੀ ਕਰ ਸਕਣ ਵਾਲੇ ਸ਼ਸਤਰਾਂ ਦੇ ਨਾਲ ਦੇਵੀ ਸ਼ਕਤੀ ਵਾਲਾ ਰਥ ਸੁਰਗਾਂ ਵਿੱਚੋਂ ਲਿਆ ਕੇ ਦੇ ਰਹੇ ਹਨ। ਇੱਥੇ ਹੀ ਬਸ ਨਹੀਂ, ਇਹ ਦੇਵਤੇ ਪਲ ਪਲ ਤੇ ਜ਼ਰੂਰੀ ਸਲਾਹ ਦੇਣ ਦੇ ਨਾਲ ਕਈ ਗੁੱਝੇ ਭੇਤ ਦੱਸ ਰਹੇ ਹਨ। ਸਫਲਤਾਵਾਂ ਬਖਸ਼ਣ ਵਾਲੇ ਅਮੋਘ ਮੰਤਰਾਂ ਦਾ ਜਾਪ ਰਾਮ ਜੀ ਨੂੰ ਕਰਾ ਰਹੇ ਹਨ, ਪਰ ਭਗਵਾਨ ਰਾਮ ਜੀ ਫਿਰ ਵੀ ਡਿੱਗੇ ਹੀ ਦਿਸ ਰਹੇ ਹਨ। ਕਦੇ ਕਦੇ ਜਦ ਬਹਾਦਰਾਂ ਵਾਲੀ ਬੋਲੀ ਬੋਲਦੇ ਵੀ ਹਨ ਤਾਂ ਇਹ ਵੀ ਛਾਇਆ ਸੀਤਾ ਦੇ ਵਿਜੋਗ ਵਿੱਚ ਹੌਕਿਆਂ ਵਾਂਗ ਇੱਕ ਡਰਾਮਾ ਹੀ ਅਨੁਭਵ ਹੁੰਦਾ ਹੈ। ਤੁਲਸੀ ਰਾਮ ਦੇ ਰਾਮਚਰਿਤ ਮਾਨਸ ਅਨੁਸਾਰ ਅਤੇ ਰਮਾਇਣ ਗਾਥਾ ਵਾਲੀ ਵੀਡੀਓ ਫਿਲਮ ਅਨੁਸਾਰ ਅਸਲੀ ਸੀਤਾ ਰਾਮ ਜੀ ਨੇ ਆਪ ਹੀ ਅਗਨ ਦੇਵਤਾ ਨਾਲ ਸੁਰਗਾਂ ਵਿੱਚ ਭੇਜੀ ਹੋਈ ਸੀ। ਰਾਵਣ ਨੂੰ ਪਾਪੀ ਅਤੇ ਜ਼ਾਲਮ ਦੇ ਰੂਪ ਵਿੱਚ ਹੋਣ ਕਾਰਨ ਮੌਤ ਦੇ ਭੈ ਵਿੱਚ ਰਹਿਣ ਵਾਲਾ ਡਰੂ ਅਤੇ ਮਾਇਆ ਦੇ ਮੂੰਹ ਵਿੱਚ ਰੋਂਦਾ ਕੁਰਲਾਉਂਦਾ ਨਜ਼ਰ ਆਉਣਾ ਚਾਹੀਦਾ ਸੀ, ਤੇ ਭਗਵਾਨ ਰਾਮ ਜੀ ਜਿਹੜੇ ਦੁਨੀਆ ਤੇ ਧਰਮ ਦੀ ਸਥਾਪਨਾ ਕਰਨ ਲਈ ਹੀ ਆਏ ਸਨ ਨੂੰ ਤਿਆਗੀ, ਮੋਹ ਮਾਇਆ ਤੋਂ ਨਿਰਲੇਪ ਅਤੇ ਸਦਾ ਚੜ੍ਹਦੀ ਕਲਾ ਵਿੱਚ ਵਿਚਰਦਾ ਹੋਣਾ ਦਿਸਣਾ ਚਾਹੀਦਾ ਸੀ। ਪਰ ਇੱਥੇ ਸਭ ਕੁਝ ਹੀ ਉਲਟ ਦਿਸ ਰਿਹਾ ਹੈ। ਕਾਰਨ ਸਿਰਫ ਇਹ ਹੈ ਕਿ ਬ੍ਰਾਹਮਣ ਆਪਣੇ ਰੱਬ ਦਾ ਉਹੀ ਰੂਪ ਲੋਕਾਂ ਨੂੰ ਵਿਖਾਉਣਾ ਚਾਹੁੰਦਾ ਸੀ ਜਿਹੜਾ ਰੂਪ ਉਹ ਆਪ ਕਈ ਸਾਲਾਂ ਤੋਂ ਧਾਰੀ ਬੈਠਾ ਸੀ, ਤਾਂ ਜੋ ਉਸ ਦੀਆਂ ਸਾਰੀਆਂ ਊਣ ਤਾਈਆਂ ਨੂੰ ਲੋਕ ਰੱਬੀ ਗੁਣ ਸਮਝਣਾ ਗਿੱਝ ਜਾਣ। 15 ਸਿਰਫ ਸੁਗਰੀਵ ਦੀ ਇੱਕ ਤਰਫਾ ਸ਼ਿਕਾਇਤ ਸੁਣ ਕੇ ਅਤੇ ਬਿਨਾਂ ਬਾਲੀ ਦਾ ਪੱਖ ਸੁਣਿਆ ਝਟਪਟ ਹੀ ਬਾਲੀ ਨੂੰ ਜਾਨੋਂ ਮਾਰ ਦੇਣ ਦਾ ਫੈਸਲਾ ਕਰਨਾ ਧੱਕੇਸ਼ਾਹੀ ਵਾਲੀ ਬੇਇਨਸਾਫੀ ਸੀ, ਜੋ ਪ੍ਰਭੂ ਰਾਮ ਦੇ ਨਾਮ ਨਾਲ ਕਿਸੇ ਹਾਲਤ ਵਿੱਚ ਵੀ ਨਹੀਂ ਸੀ ਜੋੜਨੀ ਚਾਹੀਦੀ।
ਇਸੇ ਪ੍ਰਭੂ ਰਾਮ ਦੇ ਮੂੰਹੋਂ ਕਈ ਵਾਰੀ ਅਖਵਾਇਆ ਸੀ ਕਿ ਸ਼ਸਤਰ ਉਸ ਵੇਲੇ ਹੀ ਚੁੱਕਣਾ ਚਾਹੀਦਾ ਹੈ ਜਦ ਹੋਰ ਕੋਈ ਚਾਰਾ ਨਾ ਰਹਿ ਜਾਵੇ। ਫਿਰ ਬਾਲੀ ਨੂੰ ਮਾਰਨ ਦੇ ਫੈਸਲੇ ਵਿੱਚ ਉਸੇ ਪ੍ਰਭੂ ਦੇ ਕੋਲੋਂ ਉਸ ਦੀ ਹੀ ਬਣਾਈ ਮਰਜ਼ਾਦਾ ਭੰਗ ਕਰਾਉਣੀ ਕੀ ਵਾਜਬ ਸੀ? ਕੋਈ ਕਮਜ਼ੋਰ ਮਨੁੱਖ ਤਾਂ ਭਾਵੇਂ ਸੁਲ੍ਹਾ ਵਾਸਤੇ ਨਾ ਕਹਿ ਸਕਦਾ, ਪਰ ਦੋਹਾਂ ਭਰਾਵਾਂ ਨਾਲੋਂ ਕਿਤੇ ਵੱਧ ਸ਼ਕਤੀ ਵਾਲੇ ਭਗਵਾਨ ਰਾਮ ਨੂੰ ਦੋਹਾਂ ਵਿੱਚ ਸੁਲ੍ਹਾ ਕਰਾ ਦੇਣੀ ਬਣਦੀ ਸੀ। ਜਿਸ ਰਾਵਣ ਦੇ ਜ਼ੁਲਮਾਂ ਦੇ ਵਿਰੁੱਧ ਸ਼ਿਕਾਇਤਾਂ ਕਰਨ ਵਾਸਤੇ ਧਰਤੀ ਨੂੰ ਗਊ ਬਣ ਕੇ ਅਤੇ ਸਾਰੇ ਦੇਵਤੇ ਨਾਲ ਲੈ ਕੇ ਇਸੇ ਭਗਵਾਨ ਕੋਲ ਫਰਿਆਦੀ ਹੋਣਾ ਪਿਆ ਸੀ, ਜਿਸ ਨੂੰ ਮਾਰਨ ਵਾਸਤੇ ਅਵਤਾਰ ਲਿਆ ਸੀ, ਉਸ ਨਾਲ ਸੁਲ੍ਹਾ ਕਰ ਲੈਣ ਵਾਸਤੇ ਇਸੇ ਬਾਲੀ ਦਾ ਹੀ ਲੜਕਾ ਦੂਤ ਬਣਾ ਕੇ ਭੇਜਿਆ ਸੀ। ਫਿਰ ਕਿਹੜੀ ਮਰਜ਼ਾਦਾ ਸੀ ਕਿ ਮਾਰ ਦੇਣ ਤੋਂ ਪਹਿਲਾਂ ਬਾਲੀ ਦੀ ਗੱਲ ਵੀ ਨਾ ਸੁਣੀ ਗਈ ਕਿ ਇੰਨਾ ਗੰਭੀਰ ਊਣਤਾਈਆਂ ਵਾਲਾ ਵਿਅਕਤੀ ਮਰਜ਼ਾਦਾ ਪਰਸ਼ੋਤਮ ਮੰਨਿਆ ਜਾ ਸਕਦਾ ਹੈ। ਨੰਬਰ 16। ਇੱਕ ਪਾਸੇ ਤਾਂ ਰਾਮ ਜੀ ਦੇ ਮੂੰਹੋਂ ਕਈ ਵਾਰ ਇਹ ਅਖਵਾਇਆ ਹੈ ਕਿ ਵੈਰੀ ਨੂੰ ਲੁੱਕ ਕੇ ਜਾਂ ਵੰਗਾਰੇ ਬਿਨਾਂ ਅਥਵਾ ਸ਼ਸਤਰਹੀਨ ਨੂੰ ਮਾਰ ਦੇਣਾ ਮਨੁੱਖਤਾ ਦੇ ਵਿਰੁੱਧ ਕਰਮ ਹੈ। ਫਿਰ ਉਸੇ ਨੂੰ ਹੀ ਬਿਨਾਂ ਵੰਗਾਰੇ ਅਤੇ ਲੁੱਕ ਕੇ ਤੀਰ ਮਾਰਦਾ ਦਰਸਾਉਣਾ ਕਿੱਧਰ ਦੀ ਪ੍ਰਭੂ ਭਗਤੀ ਹੈ? ਅਤੇ ਫਿਰ ਮਾਰੇ ਜਾਣ ਤੋਂ ਥੋੜਾ ਸਮਾਂ ਪਹਿਲਾਂ ਹੀ ਬਾਲੀ ਆਪਣੀ ਪਤਨੀ ਤਾਰਾ ਨੂੰ ਇਹ ਕਹਿੰਦਾ ਦਰਸਾਇਆ ਹੈ ਕਿ ਉਸਨੇ ਸੁਣਿਆ ਹੈ ਕਿ ਰਾਮ ਜੀ ਧਰਮ ਅਤੇ ਅਨੀਤੀ ਵਿਰੁੱਧ ਕਦੇ ਕੋਈ ਕੰਮ ਨਹੀਂ ਕਰਦੇ, ਇਸ ਲਈ ਉਸ ਨਾਲ ਕਿਸੇ ਛਲ ਦੇ ਵਰਤੇ ਜਾਣ ਦਾ ਕੋਈ ਖਤਰਾ ਨਹੀਂ ਹੈ। ਬਾਲੀ ਦੇ ਇਸ ਵਿਸ਼ਵਾਸ ਦਾ ਐਸੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਕਿ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ। ਅਤੇ ਫਿਰ ਅਜਿਹੀ ਨੀਚਤਾ ਵਾਲਾ ਕਰਮ ਵੀ ਉਸ ਪ੍ਰਭੂ ਰਾਮ ਦੇ ਮੱਥੇ ਹੀ ਮੜਿਆ, ਜਿਹੜਾ ਆਇਆ ਹੀ ਮਰਜ਼ਾਦਾ ਅਥਵਾ ਧਰਮ ਦੀ ਰਾਖੀ ਕਰਨ ਸੀ। ਸਰਬ ਸ਼ਕਤੀਮਾਨ ਪ੍ਰਭੂ ਰਾਮ ਜੀ ਕੋਲੋਂ ਹੀ ਗੀਧੀਆਂ ਵਾਂਗ ਧੋਖੇ ਨਾਲ ਘਾਤਕ ਵਾਰ ਕਰਵਾ ਕੇ ਅਥਵਾ ਉਸ ਨੂੰ ਅਨੀਤੀ ਅਤੇ ਅਧਰਮ ਕਰਦਾ ਦਰਸਾ ਕੇ ਉਸ ਦੀ ਉਚਤਾ ਨੂੰ ਗੰਦ ਨਾਲ ਭਰੀ ਡੂੰਘੀ ਖਾਡ ਵਿੱਚ ਧੱਕਾ ਦੇ ਦਿੱਤਾ। ਅਜਿਹਾ ਜ਼ੁਲਮੀ ਅਨਰਥ ਭਗਵਾਨ ਦੇ ਨਾਮ ਨਾਲ ਜੋੜਨ ਦੀ ਦਲੇਰੀ ਉਹੀ ਮਨੁੱਖ ਕਰ ਸਕਦਾ ਹੈ ਜਿਹੜਾ ਸਮਝਦਾ ਹੈ ਕਿ ਉਸ ਦੀ ਗਾਥਾ ਦਾ ਪਾਤਰ ਇਹ ਭਗਵਾਨ ਰਾਮ ਅਜਿਹੀਆਂ ਬੇਅਸੂਲੀਆਂ ਉੱਤੇ ਰੱਬੀ ਮੋਹਰ ਲਵਾਉਣ ਲਈ ਹੀ ਪੈਦਾ ਕੀਤਾ ਹੋਇਆ ਹੈ। ਰੱਬ ਦੇ ਭੈ ਵਾਲਾ ਕੋਈ ਮਨੁੱਖ ਵੀ ਅਜਿਹੇ ਅਨਰਥ ਨਹੀਂ ਕਰ ਸਕਦਾ ਜੋ ਕੁਝ ਬਿਪਰ ਜੀ ਨੇ ਸਿੱਧਾ ਭਗਵਾਨ ਨਾਲ ਜੋੜ ਦਿੱਤਾ ਹੋਇਆ ਹੈ। ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜਪ, ਜੇ ਇਸ਼ਟ ਬੇਜ਼ਬਾਨਾ ਝੂਠਾ ਅਤੇ ਵਿਸ਼ਵਾਸਘਾਤੀ ਹੈ ਤਾਂ ਚੇਲਾ ਉਸ ਨਾਲੋਂ ਹੋਰ ਵੀ ਵੱਧ ਭੈੜੀਆਂ ਖਸਲਤਾਂ ਵਾਲਾ ਨਿਰਦਈ ਅਤੇ ਅਕਿਰਤ ਕਣ ਕਿਉਂ ਨਾ ਹੋਵੇਗਾ। ਇਹੀ ਕਾਰਨ ਹੈ ਕਿ ਸਤਿਗੁਰਾਂ ਨੇ ਬਿਪਰ ਦੀ ਰੀਤ ਤੋਂ ਬਚ ਕੇ ਰਹਿਣ ਦੀ ਤਾਕੀਦ ਕੀਤੀ ਸੀ। 17। ਤੀਰ ਵੱਜਣ ਉਪਰੰਤ ਬਾਲੀ ਨੇ ਰਾਮ ਦੇ ਮਰਜ਼ਾਦਾ ਪਰਸ਼ੋਤਮ ਹੋਣ ਨੂੰ ਸੰਗ ਪਾੜ ਕੇ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਵੰਗਾਰਿਆ ਅਤੇ ਬਾਰ-ਬਾਰ ਰਾਮ ਨੂੰ ਬੋਲਣ ਵਾਸਤੇ ਲਲਕਾਰਦਾ ਦਰਸਾਇਆ ਹੈ। ਆਖਰ ਰਾਮ ਦਾ ਉੱਤਰ ਸੀ ਕਿ ਬਾਲੀ ਨੂੰ ਜ਼ੁਲਮ ਕਰਦਿਆਂ ਕਿਸੇ ਮਰਜ਼ਾਦਾ ਅਥਵਾ ਧਰਮ ਦਾ ਕਦੇ ਖਿਆਲ ਨਹੀਂ ਸੀ ਆਇਆ, ਸੋ ਕਿਸੇ ਦੂਜੇ ਨੂੰ ਮਰਜ਼ਾਦਾਹੀਣ ਆਖਣ ਦਾ ਉਸ ਨੂੰ ਕੋਈ ਹੱਕ ਨਹੀਂ ਹੈ। ਕਿਸੇ ਜ਼ਾਲਮ ਨਾਲ ਜ਼ਾਲਮ, ਕਿਸੇ ਬੇਅਸੂਲੇ ਨਾਲ ਬੇਅਸੂਲੇ, ਕਿਸੇ ਅਧਰਮੀ ਨਾਲ ਅਧਰਮੀ ਬਣ ਜਾਣਾ ਕੀ ਪ੍ਰਭੂ ਲਈ ਠੀਕ ਸੀ? ਕਿ ਰਾਮ ਜੀ ਕੋਲੋਂ ਇਹ ਅਖਵਾਉਣਾ ਵਾਜਬ ਸੀ ਕਿ ਅੱਗੇ ਤੂੰ ਵੀ ਤਾਂ ਗੰਦੇ ਕੰਮ ਕਰਦਾ ਹੀ ਰਿਹਾ ਹੈ, ਜੇ ਅੱਜ ਮੈਂ ਵੀ ਗੰਦ ਖਿਲਾਰ ਲਿਆ ਤਾਂ ਤੈਨੂੰ ਤਕਲੀਫ ਕਿਉਂ ਹੈ? ਗੁਰਬਾਣੀ ਦਾ ਫਰਮਾਨ ਹੈ, ਕਬੀਰ ਸੰਤ ਨਾ ਛਾਡੇ ਸੰਤਈ, ਜੋ ਕੋਟਕ ਮਿਲੇ ਅਸੰਤ, ਮਲੇ ਆਗਰ ਭਯੰਗਮ ਵੇਡਿਓ, ਤਾਂ ਸੀਤਲਤਾ ਨਾ ਤਜੰਤ। ਪੰਨਾ 1373। ਸੰਤ ਉਸ ਨੂੰ ਮੰਨਿਆ ਜਾਂਦਾ ਹੈ ਜੋ ਆਪਣੀ ਸੰਤਤਾਈ ਕਦੇ ਨਹੀਂ ਤਿਆਗਦਾ, ਭਾਵ ਖਿਮਾ ਕਰਨ ਵਾਲਾ, ਸ਼ਾਂਤ ਅਤੇ ਸਦਾ ਭਲਾਈ ਸੋਚਣ ਵਾਲਾ ਅਤੇ ਦੂਜਿਆਂ ਨਾਲ ਨੇਕੀ ਕਰਨ ਵਾਲਾ, ਆਪਣਾ ਪੱਕਾ ਸੁਭਾਅ ਕਦੇ ਨਹੀਂ ਤਿਆਗਦਾ, ਭਾਵੇਂ ਉਸ ਦਾ ਵਾਹ ਕਰੋੜਾਂ ਹੀ ਭੈੜੇ ਬੰਦਿਆਂ ਨਾਲ ਪੈਂਦਾ ਹੋਵੇ। ਜਿਵੇਂ ਚੰਦਨ ਦਾ ਬੂਟਾ ਜ਼ਹਿਰੀਲੇ ਸੱਪਾਂ ਨਾਲ ਘਿਰਿਆ ਰਹਿੰਦਾ ਹੈ, ਪਰ ਉਹ ਆਪਣੇ ਅੰਦਰ ਦੀ ਠੰਡਕ ਨਹੀਂ ਤਿਆਗਦਾ। ਹਰੀ ਦਾ ਜਨ ਤਾਂ ਹੁੰਦਾ ਹੀ ਉਹ ਹੈ ਜਿਹੜਾ ਈਸ਼ਵਰੀ ਗੁਣ ਕਦੇ ਨਾ ਤਿਆਗੇ। ਇੱਥੇ ਈਸ਼ਵਰ ਆਪ ਹੀ ਸ਼ੁਭ ਗੁਣਾਂ ਨੂੰ ਤਲਾਂਜਲੀ ਦੇ ਰਿਹਾ ਦਰਸਾ ਕੇ
ਚੰਗਿਆਈ ਦਾ ਗਲਾ ਘੁੱਟਿਆ ਗਿਆ ਹੈ। ਉੱਚੀ ਆਤਮਾ ਵਾਲਾ ਕੋਈ ਗਰੀਬੜਾ ਮਨੁੱਖ ਅਜਿਹਾ ਕੁਝ ਕਰਨਾ ਸੋਚ ਵੀ ਨਹੀਂ ਸਕਦਾ ਜੋ ਕੁਝ ਬ੍ਰਾਹਮਣ ਨੇ ਉਸ ਰਾਮ ਕੋਲੋਂ ਕਰਵਾਇਆ ਹੈ, ਜਿਸ ਦੀਆਂ ਮੂਰਤੀਆਂ ਬਣਾ ਕੇ ਪੂਜਦਾ ਹੈ। ਸਾਫ਼ ਸਿੱਧ ਹੋ ਰਿਹਾ ਹੈ ਕਿ ਗਾਥਾ ਦੇ ਲਿਖਾਰੀ ਬ੍ਰਾਹਮਣ ਦੇ ਆਪਣੇ ਆਚਰਣ ਅਤੇ ਮੰਦੇ ਸੰਸਕਾਰਾਂ ਕਾਰਨ ਬਣੀ ਉਸ ਦੇ ਅੰਦਰ ਦੀ ਹਾਲਤ ਉਬਾਲੇ ਖਾ ਕੇ ਕਾਗਜ਼ ਤੇ ਆ ਖਿਲਰੀ ਹੈ। ਆਪਣੇ ਮਾਇਆ ਜਾਲ ਦੇ ਇਸ ਖਲਾਰੇ ਉੱਤੇ ਭਗਵਾਨ ਦੀ ਮੋਹਰ ਲਵਾ ਕੇ ਸਭ ਕੁਝ ਧਰਮ ਦਾ ਹਿੱਸਾ ਬਣਾ ਦੇਣਾ ਉਸ ਦੀ ਵੱਡੀ ਕਰਾਮਾਤ ਮੰਨਣੀ ਪੈਂਦੀ ਹੈ। ਹਿੰਦੂ ਜਗਤ ਦਾ ਅਸਲ ਭਗਵਾਨ ਜਾਂ ਦੇਵਤਾ ਅਥਵਾ ਗੁਰੂ ਕੇਵਲ ਅਤੇ ਕੇਵਲ ਬ੍ਰਾਹਮਣ ਹੀ ਹੈ। ਹੋਰ ਇਹ ਅਵਤਾਰ ਜਿਹੜੇ ਦੇਵਤੇ ਆਦਿ ਸਭ ਦੇ ਸਭ ਬ੍ਰਾਹਮਣ ਦੇ ਹੱਥ ਕੰਡੇ ਹਨ। ਭਗਤ ਨਾਮਦੇਵ ਜੀ ਵੀ ਇਹੀ ਸਮਝਾ ਰਹੇ ਹਨ ਕਿ ਕਿਸੇ ਸੱਚੇ ਇਸ਼ਟ ਨਾਲ ਇਹ ਕੁਝ ਨਹੀਂ ਮੜਿਆ ਜਾ ਸਕਦਾ ਜੋ ਬ੍ਰਾਹਮਣ ਨੇ ਆਪਣੇ ਭਗਵਾਨਾਂ ਨਾਲ ਜੋੜਿਆ ਹੈ। ਫਿਰ ਉਹਨਾਂ ਨਾਲ ਸ਼ਰਧਾ ਕਿਵੇਂ ਬਣੇ ਅਤੇ ਉਹਨਾਂ ਦੇ ਦਰਸ਼ਨ ਕਿਵੇਂ ਹੋਣ। ਨੋਟ: ਇਹ ਦਲੀਲ ਦੇਣੀ ਬੜੀ ਹਾਸੋਹੀਣੀ ਹੈ ਕਿ ਪਰਮਾਤਮਾ ਨੇ ਮਨੁੱਖ ਵਾਂਗ ਹੀ ਦੁੱਖ ਸੁੱਖ ਤੋਂ ਪ੍ਰਭਾਵਿਤ ਹੋ ਕੇ ਰੋਂਦਿਆਂ ਵਿਲਾਪ ਕਰਦਿਆਂ ਹੋਇਆਂ ਵਿਚਰ ਕੇ ਵੱਡੇ ਵੱਡੇ ਕੰਮ ਕਰਕੇ ਮਨੁੱਖ ਨੂੰ ਉਤਸ਼ਾਹ ਦਿੱਤਾ ਸੀ। ਉਹ ਵੀ ਇਸ ਤਰ੍ਹਾਂ ਦੇ ਕੰਮ ਕਰ ਸਕਦਾ ਹੈ ਤਾਂ ਕਿ ਮਨੁੱਖ ਪੱਥਰ ਨੂੰ ਅਹਿਲਿਆ ਦਾ ਰੂਪ ਦੇ ਸਕਦਾ ਹੈ ਕਿ ਮਨੁੱਖ ਨੇ 600 ਮੀਲ ਦੇ ਥਾਂ 10 ਮੀਲ ਸਮੁੰਦਰ ਤੇ ਵੀ ਪੁਲ ਬੰਨ੍ਹ ਲਿਆ ਹੈ। ਹਾਲਾਂਕਿ ਅੱਜ ਦਾ ਮਨੁੱਖ ਚੰਦ ਦੇਵਤੇ ਦੀ ਪਥਰੀਲੀ ਅਤੇ ਨਿਰਜੀਵ ਧਰਤੀ ਨੂੰ ਪੈਰਾਂ ਹੇਠ ਰੋਲ ਆਇਆ ਹੈ ਕਿ ਅੱਜ ਤਾਈਂ ਕੋਈ ਮਨੁੱਖ ਸਮੁੰਦਰ ਨੂੰ ਆਪਣੇ ਤੀਰ ਨਾਲ ਸੁਕਾ ਦੇਣ ਦੀ ਧਮਕੀ ਦੇ ਸਕਿਆ ਹੈ ਕਿ ਕਿਸੇ ਮਨੁੱਖ ਨੂੰ ਲੜੇ ਸੱਪ ਦਾ ਜ਼ਹਿਰ ਉਤਾਰਨ ਲਈ ਗਰੁੜ ਭਗਵਾਨ ਆਇਆ ਕਿ ਕਦੇ ਕਿਸੇ ਦੀ ਸਹਾਇਤਾ ਲਈ ਅਸਮਾਨ ਤੋਂ ਦੇਵਤੇ ਸ਼ਸਤਰ ਅਤੇ ਰੱਥ ਲੈ ਕੇ ਭਖ ਦੇ ਜੰਗ ਦੇ ਮੈਦਾਨ ਵਿੱਚ ਪੁੱਜੇ ਹਨ। ਅਜਿਹਾ ਧਨੁੱਖ ਜਾਂ ਕੋਈ ਹੋਰ ਚੀਜ਼ ਜਿਸ ਨੂੰ 5000 ਮਨੁੱਖ ਮਸਾਂ ਚੁੱਕਦੇ ਹੋਣ ਕਿ ਰਾਮ ਜੀ ਵਾਂਗ ਕਦੇ ਕਿਸੇ ਇੱਕ ਮਨੁੱਖ ਨੇ ਚੁੱਕਿਆ ਹੈ। ਵਾਲਮੀਕ ਕਾਂਡ 1 ਅਧਿਆਇ 67 ਵਿੱਚ ਲਿਖਿਆ ਹੈ ਕਿ ਸੀਤਾ ਸਵੰਬਰ ਸਮੇਂ ਜਿਹੜਾ ਧਨੁੱਖ ਰਾਮ ਜੀ ਨੇ ਇਕੱਲਿਆਂ ਹੀ ਆਸਾਨੀ ਨਾਲ ਚੁੱਕ ਕੇ ਤੋੜ ਦਿੱਤਾ ਸੀ, ਉਸ ਨੂੰ ਉਸ ਸਮੇਂ ਦੇ 5000 ਮਨੁੱਖ ਚੁੱਕ ਕੇ ਸਵੰਬਰ ਵਾਲੀ ਥਾਂ ਤੇ ਮਸਾਂ ਹੀ ਲਿਆਏ ਸਨ। ਕਿ ਰਾਮ ਜੀ ਦੇ ਇਹ ਸਾਰੇ ਕੌਤਕ ਸਧਾਰਨ ਮਨੁੱਖਾਂ ਵਾਲੇ ਸਨ ਕਿ ਅਜਿਹੇ ਕਾਰਨਾਮੇ ਜੋ ਬ੍ਰਾਹਮਣ ਲਖਾਰੀ ਨੇ ਸ੍ਰੀ ਰਾਮ ਜੀ ਕੋਲੋਂ ਕਰਵਾਏ ਹਨ ਕਦੇ ਕੋਈ ਮਨੁੱਖ ਕਰ ਸਕਿਆ ਹੈ। ਬ੍ਰਾਹਮਣ ਦਾ ਇਹ ਕਹਿਣਾ ਕਿ ਝੂਠ ਨਹੀਂ ਹੈ ਕਿ ਭਗਵਾਨ ਧਰਤੀ ਤੇ ਆ ਕੇ ਆਮ ਸਧਾਰਨ ਮਨੁੱਖਾਂ ਵਾਂਗ ਵੀ ਵਿਚਰਦਾ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ ਚੌਥੇ ਕਾਂਡ ਦਾ ਚੌਥਾ ਭਾਗ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।